तो आप मिलिटरी पावर्स की गल करी जाते सी, ठीक है। इस तो पहले आप कहता सी सुप्रीम कमांडर की आप गल कर ली, सुप्रीम कमांडर कौन होंगे तिने सेनावां दा, 3 फोर्सेस का सुप्रीम कमांडर ऑफ 3 इंडियन फोर्सेस प्रेजिडेंट, ठीक है। फिर उस बाद भी मैं तुहानूं दस्सिया सी भी वार डिक्लेयर करनी है, किने करनी है? प्रेजिडेंट ने, ठीक है। जां जिवें अपना दूजा संधि करने पीस करना वो भी प्रेजिडेंट ने, है ना। अगे मेन गल की है, जो आ लाइन लिखी है ना, सब्जैक्ट टू द अप्रूवल ऑफ पार्लीमेंट, ये इंपॉर्टेंट है बई। डिक्लेयर तो प्रेजिडेंट करूगा पर वो पार्लीमेंट की सहमति नाल करूगा। ऐ नहीं भी हुण देखो फिर वही गल, मैं प्रेजिडेंट का असल च मतलब की होंदा? सरकार, मोदी है, काम तो मोदी नहीं करने प्रेजिडेंट वाले। प्रेजिडेंट का नाम चल, उदाहरण मैं दी नहीं जी दादे की ते प्यो की, भी जो दादा होंगे ना दादे का चलता होंगे ना थोड़े बजुर्गों का चलता होंगे घर च, पर काम कौन करता होंगे? वैसे डैडी होरी करते होंगे काम, तो गल समझ लगी ना। ਉਹੀ ਜਿਹਾ ਕੰਮ ਹੁੰਦਾ ਵੀ ਕੰਮ ਇੱਥੇ ਵੈਸੇ ਪ੍ਰਧਾਨ ਮੰਤਰੀ ਕਰਦਾ ਹੁੰਦਾ ਤੇ ਨਾ ਕਿਹਦਾ ਚੱਲਦਾ? ਪ੍ਰੈਜ਼ੀਡੈਂਟ ਦਾ ਚੱਲਦਾ ਹੁੰਦਾ। ਐਂ ਕੰਪੇਅਰ ਕਰ। ਹੁਣ ਇੱਥੇ ਵੀ ਕੀ ਹੈ ਵੀ ਹੁਣ ਇਹ ਇੱਕ ਹਿਸਾਬ ਦਾ ਜੇ ਹੁਣ ਆਪਾਂ ਕਹਿੰਦੇ ਪ੍ਰੈਜ਼ੀਡੈਂਟ ਨੇ ਵਾਰ ਡਿਕਲੇਅਰ ਕਰਤੀ, ਉਹ ਤਾਂ ਹੁਣ ਸਰਕਾਰ ਨੇ ਹਨਾ ਵੀ ਉਹ ਇੱਕ ਹਿਸਾਬ ਦੀ ਮੋਦੀ ਕਰ ਸਕਦਾ ਕੱਲ ਨੂੰ ਪਾਕਿਸਤਾਨ ਨਾਲ ਜੰਗ ਲਾ ਦੇ, ਪਰ ਉਹਦੇ ਵਾਸਤੇ ਤੁਹਾਨੂੰ ਕੀ ਹੈ ਤਾਂ ਕਰਕੇ ਉਹਨਾਂ ਨੇ ਕਿਹਾ ਵੀ ਪਾਰਲੀਮੈਂਟ ਤੋਂ ਅਪਰੂਵਲ ਲੈਣਾ ਪਊਗਾ। ਐ ਨਹੀਂ ਕਿ ਆਪਦੀ ਮਰਜ਼ੀ ਨਾਲ ਹੀ ਜੰਗ ਲਾ ਦੂਗੀ, ਹਨਾ ਵੀ ਐਂ ਤਾਂ ਤੁਸੀਂ ਕਦੋਂ ਕੁਝ ਵੀ ਕਰਦੇ ਹੋ। ਜੰਗ ਕੋਈ ਛੋਟੀ ਚੀਜ਼ ਨਹੀਂ ਗੀ ਬਗਰ ਭੇਜ, ਜੇ ਦੇਖੇ ਤਾਂ ਜੰਗ ਲੱਗੀ ਦੇਸ਼ ਨੁਕਸਾਨ ਹੋ ਸਕਦਾ ਚੀਜ਼ ਨਾਲ, ਤੇ ਮੋਦੀ ਆਪਦੇ ਫਾਇਦਾ ਮਾਰਾ ਦੇਸ਼ ਦਾ ਕਿੱਡਾ ਵੱਡਾ ਨੁਕਸਾਨ ਕਰ ਸਕਦਾ। ਤਾਂ ਕਰਕੇ ਵੀ ਉਹ ਪਾਰਲੀਮੈਂਟ ਦਾ ਅਪਰੂਵਲ ਚਾਹੀਦਾ ਹੋਊਗਾ ਫਿਰ ਉਹ ਕਰ ਸਕਦੇ, ਪਰ ਕਰਨੀ ਇਹਨਾਂ ਨੇ ਹੁੰਦੀ ਹੈ ਐਂਡ ਨੂੰ ਵੀ ਜਿਵੇਂ ਬਿੱਲ ਪਾਸ ਤਾਂ ਕਿਹਨੇ ਕੀਤਾ? ਰਾਜ ਸਭਾ ਨੇ ਤੇ ਲੋਕ ਸਭਾ ਨੇ, ਪਾਰਲੀਮੈਂਟ ਨਹੀਂ ਕੀਤਾ ਨਾ ਪਾਸ, ਤੇ ਪਰ ਐਂਡ ਤੇ ਸਾਈਨ ਕਿਹਨੇ ਕਰਨੇ ਆ? ਪ੍ਰੈਜ਼ੀਡੈਂਟ ਨੇ। ਬਸ ਉਵੇਂ ਹੀ ਆ ਵੀ ਇਹ ਅਪਰੂਵਲ ਤਾਂ ਪਾਰਲੀਮੈਂਟ ਹੀ ਦੇਊਗੀ, ਪਰ ਡਿਕਲੇਅਰ ਕੌਣ ਕਰੂਗਾ ਵਾਰ ਨੂੰ? ਇਹ ਪ੍ਰੈਜ਼ੀਡੈਂਟ, ਠੀਕ ਹੈ। ਤੇ ਇੱਥੇ ਤੁਹਾਨੂੰ ਇੱਕ ਗੱਲ ਹੋਰ ਵੀ ਦੱਸੀ ਸੀ ਵੀ ਜੇ ਹੁਣ ਮੰਨ ਕੇ ਚਲੋ ਬਈ ਇੱਕ ਤਾਂ ਆਪਾਂ ਇਹ ਸਿਨੈਰੀਓ ਲੈ ਲੈਂਦੇ ਹਾਂ ਵੀ ਜੇ ਇੰਡੀਆ ਨੇ ਲਾਉਣੀ ਆ ਜੰਗ, ਹਨਾ, ਇੰਡੀਆ ਵਾਲੇ ਪਹਿਲਾਂ ਪਾਰਲੀਮੈਂਟ ਤੋਂ ਅਪਰੂਵਲ ਲੈ ਲੈਣਗੇ ਤੇ ਫਿਰ ਇਹ ਡਿਕਲੇਅਰ ਕਰਨਗੇ। ਪਰ ਜੇ ਹੁਣ ਮੰਨ ਕੇ ਚਲੋ ਚੀਨ ਨੇ ਹਮਲਾ ਕਰਤਾ ਆਪਣੇ ਤੇ ਆਪਾਂ ਪਹਿਲਾਂ ਪਾਰਲੀਮੈਂਟ ਦਾ ਅਪਰੂਵਲ ਵੇਖੀ ਜਾਵਾਂਗੇ, ਦੇਖੀ ਜਾਵਾਂਗੇ, ਉੱਥੇ ਫਿਰ ਇਹ ਕੀ ਉੱਥੇ ਆਰਡੀਨੈਂਸ ਜਾਰੀ ਕਰ ਦੂ। ਪਹਿਲਾਂ ਇਹ ਆਰਡੀਨੈਂਸ ਜਾਰੀ ਕਰਨ ਦੀ ਪਾਵਰ ਕਿਹਦੇ ਕੋਲੇ? ਉਹ ਤਾਂ ਪ੍ਰੈਜ਼ੀਡੈਂਟ ਕੋਲੇ ਹੀ ਆ। ਤੁਹਾਨੂੰ ਦੱਸਿਆ ਵੀ ਆਰਡੀਨੈਂਸ ਵੀ ਉਹੀ ਚੀਜ਼ ਹੁੰਦੀ ਹੈ ਜਿਵੇਂ ਕਾਨੂੰਨ ਦਾ ਕੰਮ ਹੁੰਦਾ, ਤੇ 6 ਮਹੀਨਿਆਂ ਵਾਸਤੇ ਤੁਸੀਂ ਆਰਡੀਨੈਂਸ ਜਾਰੀ ਕਰ ਨਹੀਂ ਸਕਦੇ ਹੁੰਦੇ। ਹਾਂ ਬਈ, ਉਹ ਨਾਲ ਦੀ ਨਾਲ ਆਰਡੀਨੈਂਸ ਜਾਰੀ ਕਰਨਾ ਤੇ ਇਹਨਾਂ ਨੇ ਕੰਮ ਸ਼ੁਰੂ ਕਰ ਦੇਣਾ। ਫਿਰ ਉਸ ਤੋਂ ਬਾਅਦ ਜਦੋਂ ਪਾਰਲੀਮੈਂਟ ਬੈਠੂਗੀ ਉਦੋਂ ਉਹ ਪਾਸ ਕਰਵਾ ਲੈਣਗੇ 6 ਹਫ਼ਤਿਆਂ ਦੇ ਵਿੱਚ। ਉਹ ਲੱਗਿਆ ਪਤਾ? ਹਾਂ। ਜੇ 6 ਹਫ਼ਤਿਆਂ 'ਚ ਪਾਸ ਨਾ ਕਰਾਇਆ ਫਿਰ ਉਹ ਜਿਹੜਾ ਆਰਡੀਨੈਂਸ ਉਹ ਖਤਮ ਹੋ ਜਾਂਦਾ ਬਾਅਦ 'ਚ ਆਪੇ। ਆਹ ਚੀਜ਼ ਹੁੰਦੀ ਹੈ। ਓਕੇ, तो मैं जस्ट मैं ਤੁਹਾਨੂੰ ਇਹ ਦੱਸਿਆ ਵੀ ਉਹ ਵਾਰ ਡਿਕਲੇਅਰ ਕਰੂਗਾ ਜਾਂ ਕੋਈ ਪੀਸ ਕਿਸੇ ਦੇ ਨਾਲ ਸੰਧੀ ਕਰੂਗਾ ਵੀ ਜੇ ਹੁਣ ਜੰਗ ਚੱਲੀ ਜਾਂਦੀ ਹੈ ਐਂਡ ਨੂੰ ਬਾਅਦ ਚ ਕੀ ਹੋਣਾ ਹੁੰਦਾ? ਸੰਧੀ ਹੋਣੀ ਹੈ, ਪੀਸ ਹੀ ਹੋਣਾ ਹੁੰਦਾ। ਇੱਕ ਵਾਰੀ ਲੜਾਈ ਹੋ ਕੇ ਐਂਡ ਨੂੰ ਕੀ ਹੁੰਦਾ? ਰਾਜੀਨਾਮਾ ਹੀ ਹੁੰਦਾ। ਹੈਲੋ, ਹਾਂ ਬਈ, ਹਾਂ ਹਾਂ, ਹਨਾ। ਤੇ ਉਹ ਤਾਂ ਕਰਕੇ ਫਿਰ ਉਹ ਜੇ ਭਾਵੇਂ ਪੀਸ ਕਰਨੀ ਹੈ ਭਾਵੇਂ ਡਿਕਲੇਅਰ ਵਾਰ ਕਰਨੀ ਹੈ, ਉਹ ਇਹਦੇ ਅਪਰੂਵਲ ਤੇ ਹੋਊਗੀ, ਪਾਰਲੀਮੈਂਟ ਦੇ ਅਪਰੂਵਲ ਤੇ ਹੋਊਗੀ। ਠੀਕ ਹੈ। ਅੱਗੇ ਆ ਗਈਆਂ ਐਮਰਜੈਂਸੀ ਪਾਵਰ। ਠੀਕ ਹੈ, ਜਿਹੜੀਆਂ ਐਮਰਜੈਂਸੀ ਪਾਵਰਸ ਆ ਰਾਸ਼ਟਰਪਤੀ ਕੋਲੇ ਉਹ ਕਿਹੜੀਆਂ ਕਿਹੜੀਆਂ? ਦ ਪ੍ਰੈਜ਼ੀਡੈਂਟ ਆਫ ਇੰਡੀਆ ਕੈਨ ਪ੍ਰੋਕਲੇਮ ਐਮਰਜੈਂਸੀ ਇਨ 3 ਕੰਡੀਸ਼ਨਸ। ਠੀਕ ਹੈ, ਆਫਟਰ ਗੈਟਿੰਗ ਦ ਰਿਟਨ ਰਿਕਮੈਂਡੇਸ਼ਨ ਆਫ ਦ ਕੈਬਨਿਟ। ਨੈਸ਼ਨਲ ਐਮਰਜੈਂਸੀ ਲਾ ਸਕਦਾ, ਕੌਨਸਟੀਟਿਊਸ਼ਨਲ ਐਮਰਜੈਂਸੀ ਲਾ ਸਕਦਾ ਤੇ ਫਾਈਨੈਂਸ਼ੀਅਲ ਐਮਰਜੈਂਸੀ ਲਾ ਸਕਦਾ। ਠੀਕ ਹੈ, ਤੇ ਜਿਹੜੇ ਨੈਸ਼ਨਲ ਐਮਰਜੈਂਸੀ ਹੈ ਉਹਦਾ ਆਰਟੀਕਲ ਕਿਹੜਾ? ਆਰਟੀਕਲ 352। ਕੌਨਸਟੀਟਿਊਸ਼ਨਲ ਐਮਰਜੈਂਸੀ ਦਾ ਆਰਟੀਕਲ 356 ਤੇ ਫਾਈਨੈਂਸ਼ੀਅਲ ਦਾ ਕਿੰਨਾ? 360। ਹੁਣ ਇਹ ਚੀਜ਼ ਤੁਹਾਨੂੰ ਦੱਸਦਾ ਇਹਦੇ ਚ ਹੁੰਦਾ ਕੀ ਹੈ, ਪ੍ਰੋਸੈਸ ਕੀ ਹੁੰਦਾ। ਇਹ ਚੀਜ਼ ਨੂੰ ਭਾਵੇਂ ਤਾਂ ਨਾਲ ਨਾਲ ਲਿਖ ਲਓ
ਭਾਵੇਂ ਬਾਅਦ ਚ ਲਿਖ ਲਿਓ ਜੇ, ਇਹ ਤੁਹਾਡੀ ਮਰਜ਼ੀ ਹੈ। ਸੋ ਮੈਂ ਤੁਹਾਨੂੰ ਸਮਝਾਉਣ ਬਾਰੇ ਦੱਸਦਾ, ਜਿਹੜੀਆਂ ਐਮਰਜੈਂਸੀ ਪਾਵਰਸ ਆ, ਐਮਰਜੈਂਸੀ ਪਾਵਰਸ 3 ਟਾਈਪਸ ਹੁੰਦੀਆਂ ਉਹਦੀਆਂ। ਪਹਿਲੀ ਕਿਹੜੀ ਹੁੰਦੀ ਹੈ? ਪਹਿਲੀ ਕਿਹੜੀ ਐਮਰਜੈਂਸੀ ਸੀ ਦੱਸੋ? ਨੈਸ਼ਨਲ ਐਮਰਜੈਂਸੀ। ਨੈਸ਼ਨਲ ਇਹਦਾ ਆਰਟੀਕਲ ਕੀ ਸੀਗਾ? 352 352। ਠੀਕ ਹੈ। ਦੂਜੀ ਕੀ ਹੈ? ਦੂਜੀ ਐਮਰਜੈਂਸੀ ਕਿਹੜੀ ਹੈ ਵੀ? ਕਨਸਟੀਟਿਊਸ਼ਨ ਦੂਜੀ ਆ ਗਈ ਕਨਸਟੀਟਿਊਸ਼ਨਲ ਐਮਰਜੈਂਸੀ। ਇਹਦਾ ਆਰਟੀਕਲ ਆ ਆਰਟੀਕਲ 356। 356। ਤੀਜੀ ਐਮਰਜੈਂਸੀ ਹੈ ਫਾਈਨੈਂਸ਼ੀਅਲ ਐਮਰਜੈਂਸੀ। ਇਹਦਾ ਆਰਟੀਕਲ 360। ਇਹ ਯਾਦ ਰੱਖਣੇ ਆ, ਜਿਹੜੇ ਆਰਟੀਕਲ ਮੈਂ ਲਿਖ ਦਿੰਦਾ ਉਹ ਯਾਦ ਰੱਖਣੇ ਹੁੰਦੇ ਆ, ਜਿਹੜਾ ਮੈਂ ਨਹੀਂ ਕਿਹਾ ਤੁਹਾਨੂੰ ਨਹੀਂ ਕਿਹਾ। ਠੀਕ ਹੈ। ਸੋ ਜਿਹੜੇ ਇਹਨਾਂ ਦੀ ਐਮਰਜੈਂਸੀਆਂ ਦੀ ਡਿਟੇਲ ਆ ਉਹ ਮੈਂ ਤੁਹਾਨੂੰ ਬਾਅਦ ਚ ਦੱਸੂਗਾ। ਠੀਕ ਹੈ। ਇੱਥੇ ਬਸ 2 ਫੈਕਟ ਹੋਰ ਤੁਸੀਂ ਯਾਦ ਰੱਖਣੇ ਆ ਵੀ ਉਹ 3 ਤਰ੍ਹਾਂ ਦੇ, ਇੰਨੀ ਚੀਜ਼ ਯਾਦ ਰੱਖਣੀ ਹੈ ਵੀ 3 ਤਰ੍ਹਾਂ ਦੀਆਂ ਐਮਰਜੈਂਸੀਆਂ ਲਾ ਸਕਦਾ, ਨੈਸ਼ਨਲ, ਕਨਸਟੀਟਿਊਸ਼ਨਲ ਤੇ ਫਾਈਨੈਂਸ਼ੀਅਲ। ਠੀਕ ਹੈ। ਤੇ ਜਿਹੜੀ ਵੈਸੇ ਨੈਸ਼ਨਲ ਐਮਰਜੈਂਸੀ ਹੁੰਦੀ ਆ ਉਹ ਸਾਰੇ ਦੇਸ਼ 'ਚ ਵੀ ਲੱਗ ਸਕਦੀ ਹੈ, ਉਹ ਕਿਸੇ ਇੱਕ ਹਿੱਸੇ 'ਚ ਵੀ ਲੱਗ ਸਕਦੀ ਹੈ। ਪਰ ਜਿਹੜੀ ਕਨਸਟੀਟਿਊਸ਼ਨਲ ਐਮਰਜੈਂਸੀ ਹੁੰਦੀ ਹੈ ਜਿਹਨੂੰ ਆਪਾਂ ਕਹਿੰਦੇ ਨੇ ਰਾਸ਼ਟਰਪਤੀ ਸ਼ਾਸਨ ਲਾਗੂ ਕਰਤਾ। Constitutional emergency is also called president rule। ਆਪਾਂ ਕਹਿੰਦੇ ਨੇ ਨਾ ਫਲਾਣੀ ਥਾਂ ਤੇ ਰਾਸ਼ਟਰਪਤੀ ਸ਼ਾਸਨ ਲਾਗੂ ਹੋ ਗਿਆ, ਹਨਾ। ਸੋ ਉਹ ਕਿਹੜੀ ਨੂੰ ਕਹਿੰਦੇ ਆ, ਕਿਹੜੀ ਐਮਰਜੈਂਸੀ ਨੂੰ ਕਹਿੰਦੇ ਆ? ਕਨਸਟੀਟਿਊਸ਼ਨਲ ਐਮਰਜੈਂਸੀ ਨੂੰ ਕਹਿੰਦੇ ਆ। ਜੇ ਮੈਂ ਤੁਹਾਨੂੰ ਕੁਐਸਚਨ ਪੁੱਛਣਾ ਵੀ ਕਿਹੜੀ ਐਮਰਜੈਂਸੀ ਨੂੰ ਆਪਾਂ ਪ੍ਰੈਜ਼ੀਡੈਂਟ ਰੂਲ ਵੀ ਕਹਿ ਲੈਂਦੇ ਆ, ਤੇ ਤੁਸੀਂ ਕੀ ਕਹੋਗੇ? ਨੈਸ਼ਨਲ। ਮੈਂ ਤੁਹਾਨੂੰ ਆਪਸ਼ਨਾਂ ਦੂੰਗਾ, ਨੈਸ਼ਨਲ ਐਮਰਜੈਂਸੀ, ਫਾਈਨੈਂਸ਼ੀਅਲ ਐਮਰਜੈਂਸੀ ਤੇ ਕਨਸਟੀਟਿਊਸ਼ਨਲ ਐਮਰਜੈਂਸੀ। ਤੇ ਕਿਹੜੀ ਨੂੰ ਕਵਾਂਗੇ? ਕਨਸਟੀਟਿਊਸ਼ਨ। ਹਾਂ, ਉਹ ਸਮਝ ਲੱਗੀ ਜਾਂਦੀ ਕਿ ਨਹੀਂ ਲੱਗੀ? ਹਾਂ। ਮੈਂ ਸਿਰਫ ਇਹ ਕਿ ਦੱਸਿਆ ਵੀ ਕਨਸਟੀਟਿਊਸ਼ਨਲ ਐਮਰਜੈਂਸੀ ਦਾ ਦੂਜਾ ਨਾਂ ਕੀ ਆ? ਕੀ ਆ ਦੂਜਾ ਨਾਂ? ਪ੍ਰੈਜ਼ੀਡੈਂਟ ਰੂਲ। ਹਾਂ, ਪ੍ਰੈਜ਼ੀਡੈਂਟ ਰੂਲ। ਬਸ ਯਾਰ ਇੰਗਲਿਸ਼ ਹੀ ਦੱਸੋ ਤੁਸੀਂ, ਹੋਰ ਕੀ ਹੈ? ਕਨਸਟੀਟਿਊਸ਼ਨਲ ਐਮਰਜੈਂਸੀ ਦਾ ਦੂਜਾ ਨਾਂ ਕੀ ਹੈ? ਪ੍ਰੈਜ਼ੀਡੈਂਟ ਐਜ਼ ਰੂਲ। ਬਸ ਪ੍ਰੈਜ਼ੀਡੈਂਟ ਰੂਲ। ਠੀਕ ਆ। ਠੀਕ ਹੈ ਵੀ। ਤੇ ਹੁਣ ਇੱਥੇ ਇਹ ਆ ਵੀ ਰਿਟਨ ਰਿਕਮੈਂਡੇਸ਼ਨ ਚਾਹੀਦੀ ਹੈ ਇਹਦੇ ਵਾਸਤੇ। ਪ੍ਰੈਜ਼ੀਡੈਂਟ ਕੈਨ ਡਿਕਲੇਅਰ ਐਨੀ ਟਾਈਪ ਆਫ ਐਮਰਜੈਂਸੀ। ਠੀਕ ਹੈ, ਉਹ ਡਿਕਲੇਅਰ ਕਰ ਸਕਦਾ ਇਹਨਾਂ ਉੱਪਰ ਤਿੰਨਾਂ ਚੋਂ ਕੋਈ ਵੀ ਐਮਰਜੈਂਸੀ ਨੂੰ। ਓਨਲੀ ਕਦੋਂ ਡਿਕਲੇਅਰ ਕਰ ਸਕਦਾ? ਜਦੋਂ ਐਮਰਜੈਂਸੀ ਲੱਗਦੀ ਹੈ। ਹੈ ਐਮਰਜੈਂਸੀ ਟਾਈਮ। ਹਾਂ, ਓਨਲੀ। ਨਹੀਂ ਐਮਰਜੈਂਸੀ ਤਾਂ ਯਾਰ, ਐਮਰਜੈਂਸੀ ਤਾਂ ਡਿਕਲੇਅਰ ਕਰੀ ਜਾਂਦਾ, ਉਹੀ ਤਾਂ ਡਿਕਲੇਅਰ ਕਰੀ ਜਾਂਦਾ ਐਮਰਜੈਂਸੀ ਟਾਈਮ। ਉਹਦੇ ਡਿਕਲੇਅਰ ਕਰਨ ਤੋਂ ਬਿਨਾਂ ਕਿੱਥੋਂ ਆ ਗਿਆ? ਓਨਲੀ ਔਨ ਦਾ ਰਿਟਨ। ਆਹ ਵਰਡ ਇੰਪੋਰਟੈਂਟ ਆ। ਰਿਟਨ ਰਿਕਮੈਂਡੇਸ਼ਨ ਆਫ ਕੈਬਨਿਟ। ਠੀਕ ਹੈ। ਅਸਲ ਦੇ ਵਿੱਚ ਇਹ ਗੱਲ ਦੇ ਪਿੱਛੇ ਕਹਾਣੀ ਆ। ਕਹਾਣੀ ਇਹ ਆ ਵੀ ਜਦੋਂ ਇੰਦਰਾ ਗਾਂਧੀ ਨੇ 1976 ਦੇ ਵਿੱਚ ਐਮਰਜੈਂਸੀ ਲਾਈ ਸੀ ਨਾ, ਵੀ ਅਸਲ 'ਚ ਆਪਾਂ ਨੂੰ ਪਤਾ ਆ ਵੀ ਜਿਹੜੇ ਕੰਮ ਕਰਨੇ ਹੁੰਦੇ ਆ, ਜਦੋਂ ਆਪਾਂ ਕੱਲਾ PM ਦਾ ਨਾਂ ਨਹੀਂ ਲੈਂਦੇਗੇ, ਆਪਾਂ ਜਦੋਂ ਆਪਾਂ ਇਹ ਵੀ ਐਗਜ਼ੈਕਟਿਵ ਦੇ ਆਪਾਂ ਉਹ ਹਨਾ ਚੀਜ਼ਾਂ ਪੜ੍ਹੀ ਜਾਂਦੇ ਸੀ, ਆਪਾਂ ਕੀ ਕਹਿੰਦੇ ਸੀ ਵੀ ਇੱਕ ਤਾਂ ਇਹਦੇ 'ਚ ਪ੍ਰੈਜ਼ੀਡੈਂਟ ਆਊਗਾ, ਇੱਕ ਵਾਈਸ ਪ੍ਰੈਜ਼ੀਡੈਂਟ ਆਊਗਾ, ਇੱਕ ਆਪਾਂ ਕਿਹਾ ਸੀ ਇਹਦੇ 'ਚ ਕੀ ਆਊਗਾ? PM ਐਂਡ ਕਾਊਂਸਲ ਆਫ ਮਿਨਿਸਟਰਸ। ਮਤਲਬ ਉਹ ਸਾਰੀ ਕੈਬਨਿਟ ਦੀ ਗੱਲ ਹੁੰਦੀ ਹੈ, ਇਕੱਲੇ PM ਦੀ ਗੱਲ ਨਹੀਂ ਹੁੰਦੀ। ਠੀਕ ਹੈ। ਅਸਲ 'ਚ ਜਦੋਂ 1976 ਜਿਹਨੇ ਉਹਦਾ ਕਾਰਨ ਹੋਰ ਹੁੰਦਾ,
ਕਾਉਂਸਲ ਆਫ ਮਿਨਿਸਟਰ ਦਾ ਕਾਰਨ ਪਤਾ ਕਾਹਤੋਂ ਨਾਲ ਲੈਂਦੇ ਆ ਵੀ ਕੋਈ ਵੀ ਹਨਾ ਇੱਕ ਬੰਦਾ ਫੈਸਲਾ ਕਈ ਵਾਰੀ ਦਿਮਾਗ ਨਹੀਂ ਚੱਲਦਾਗਾ, ਗਲਤ ਹੋ ਜਾਂਦਾ, ਤਾਂ ਕਰਕੇ ਕਹਿੰਦੇ ਵੀ ਰਾਏ ਹਨਾ ਪਹਿਲਾਂ ਕੋਈ 5-7 ਬੰਦੇ ਤਾਂ ਇਕੱਠੇ ਹੋ ਕੇ ਰਾਏ ਲਓ ਹੀ, ਤਾਂ ਕਰਕੇ ਕੈਬਨਿਟ ਦੀ ਰਾਏ ਲੈਣੀ ਜ਼ਰੂਰੀ ਹੁੰਦੀ ਹੈ। ਹੁਣ ਅਸਲ 'ਚ ਕੀ ਹੈ ਵੀ ਉਦੋਂ ਇੰਦਰਾ ਗਾਂਧੀ ਨੇ ਕਿਸੇ ਨੂੰ ਨਹੀਂ ਦੱਸਿਆ ਵੀ ਮੈਂ ਐਮਰਜੈਂਸੀ ਲਾਉਣੀ ਆ, ਸਿੱਧੀ ਰਾਸ਼ਟਰਪਤੀ ਕੋਲੇ ਗਈ ਤੇ ਉਹਨੂੰ ਆਂਦੀ ਵੀ ਸਰ ਸਾਈਨ ਕਰੋ, ਠੀਕ ਹੈ। ਉਹਨੇ ਸਾਈਨ ਕਰਤੇ। ਹਾਂ ਹਾਂ ਤੇ ਉਹਨੇ ਉਹਨੂੰ ਇਹ ਲੱਗਿਆ ਵੀ ਹਾਂ ਵੀ ਇਹਨੇ ਕੈਬਨਿਟ ਤੋਂ ਤਾਂ ਪੁੱਛਿਆ ਹੀ ਹੋਊਗਾ ਵੀ ਕੈਬਨਿਟ ਦੀ ਮਨਜ਼ੂਰੀ ਲਈ ਹੋਊਗੀ ਹਨਾ, ਹਾਂ ਤੇ ਬਈ ਉਹਨੇ ਕਰਤੇ ਸਾਈਨ। ਪਰ ਉਹ ਬਾਅਦ ਚ ਪਤਾ ਲੱਗਿਆ ਕਿ ਜਦੋਂ ਐਮਰਜੈਂਸੀ ਲੱਗ ਗਈ ਵੀ ਹਾਂਜੀ ਵੀ ਇਹ ਤਾਂ ਇਹਨਾਂ ਨੇ ਤਾਂ ਕੈਬਨਿਟ ਵਾਲਿਆਂ ਨੂੰ ਵੀ ਨਹੀਂ ਪਤਾ ਸੀ, ਕਿਸੇ ਦੀ ਸਲਾਹ ਹੀ ਨਹੀਂ ਲਈ, ਕੈਬਨਿਟ ਵਾਲਿਆਂ ਨੂੰ ਵੀ ਬਾਅਦ ਚ ਪਤਾ ਲੱਗਿਆ ਵੀ ਐਮਰਜੈਂਸੀ ਲੱਗ ਗਈ ਆ, ਮੰਤਰੀਆਂ ਨੂੰ ਵੀ ਠੀਕ ਨਹੀਂ ਹੈ ਪਤਾ ਸੀਗਾ ਵੀ ਐਮਰਜੈਂਸੀ ਲਾਤੀ ਇਹਨੇ। ਠੀਕ ਹੈ ਜੀ। ਠੀਕ ਹੈ ਵੀ ਅੱਗੇ ਇਹ ਕੰਮ ਹਾਂ ਚੱਲਦਾ ਬਈ ਹੁੰਦਾ ਸੀ ਮੂੰਹ ਜਵਾਨੀ ਵੀ ਅਗਲਾ ਕਹਿੰਦਾ ਵੀ ਕੈਬਨਿਟ ਦੀ ਰਾਏ ਲੈ ਲਈ ਕਿ ਨਹੀਂ ਲੈ ਲਈ, ਠੀਕ ਹੈ। ਹੁਣ ਉਹ ਮੂੰਹ ਜਵਾਨੀ ਵਾਲਾ ਕੰਮ ਫਿਰ ਉਦੋਂ ਬਾਅਦ ਖਤਮ ਕਰਤਾ ਉਹਨਾਂ ਨੇ ਜਦੋਂ 44th ਕਨਸਟੀਟਿਊਸ਼ਨਲ ਅਮੈਂਡਮੈਂਟ ਹੋਈ ਨਾ 1978 ਚ, ਜਦੋਂ ਇੰਦਰਾ ਗਾਂਧੀ ਸਰਕਾਰ ਜਾ ਵੜੀ, ਦੂਜੀ ਸਰਕਾਰ ਆਈ, ਉਹਨਾਂ ਨੇ ਕਹਿਤਾ ਵੀ ਇਹ ਐ ਐਮਰਜੈਂਸੀ ਲੱਗ ਹੀ ਨਹੀਂ ਸਕਦੀ। ਐਮਰਜੈਂਸੀ ਕਦੋਂ ਲੱਗੂਗੀ, ਪਹਿਲਾਂ ਰਿਟਨ ਦੇ ਵਿੱਚ ਉਹ ਦੇਣਗੇ ਕੈਬਨਿਟ ਦੇ, ਵੀ ਇਹ ਨਹੀਂ ਕਹਿ ਸਕਦੇ ਆਪਾਂ ਵੀ ਹਾਂ ਵੀ ਕੈਬਨਿਟ ਤੇ ਸਾਨੂੰ ਹਾਂ ਕਰਨੀ ਸਾਡੇ ਮੰਤਰੀ ਕਰ ਹੀ ਦੇਣਗੇ, ਰਿਟਨ ਦੇ ਵਿੱਚ ਲੈ ਕੇ ਆਓ ਉਹਨਾਂ ਕੋਲ। ਆਪਾਂ ਕਹਿ ਦਿੰਦੇ ਨਾ ਫਲਾਨੀ ਚੀਜ਼ ਹੈ, ਜਿਵੇਂ ਹੁਣ ਮੰਨ ਕੇ ਚਲੋ ਕੋਈ ਬੰਦਾ ਮੰਨ ਕੇ ਚਲੋ ਮੈਂ ਕੱਲ ਨੂੰ ਨੌਕਰੀ ਤੇ ਲੱਗ ਜਾਣਾ ਜਾਂ ਤੁਸੀਂ ਕੱਲ ਨੂੰ ਨੌਕਰੀ ਤੇ ਲੱਗੋਗੇ ਹਨਾ, ਅਗਲਾ ਕਹਿੰਦਾ ਤੁਹਾਡਾ ਹਾਂਜੀ ਸੀਨੀਅਰ ਵੀ ਹਾਂ ਭਾਈ ਤੂੰ ਆਹ ਕੰਮ ਕਰ ਯਾਰ, ਤੂੰ ਉਹ ਤੋਂ ਰਿਸ਼ਵਤ ਫੜ ਲਿਆ ਹਨਾ, ਆਪਾਂ ਕਹਿ ਦਾਂਗੇ ਵੀ ਕਿਉਂ ਫੜਾ, ਇਹ ਗਲਤ ਕੰਮ ਆ। ਉਹਨੇ ਕਹਿ ਦੇਣਾ ਤੈਨੂੰ ਮੇਰਾ ਆਰਡਰ ਆ, ਤੂੰ ਕਹਿ ਦੇਂਗਾ ਸਰ ਰਿਟਨ ਚ ਲਿਖ ਦਿਓ ਮੈਂ ਜਾ ਵੜਦਾ, ਕਿਉਂਕਿ ਬਾਅਦ ਤੇ ਜੇ ਤੁਹਾਡੇ ਕੋਲ ਉਹ ਚੀਜ਼ ਦਾ ਪ੍ਰੂਫ ਆ, ਸਮਝ ਲੱਗ ਠੀਕ ਹੈ ਗਈ। ਜੀ। ਸੋ ਮੇਨ ਗੱਲ ਇਹ ਆ ਵੀ ਪ੍ਰੈਜ਼ੀਡੈਂਟ ਐਮਰਜੈਂਸੀ ਲਾ ਸਕਦਾ, ਪ੍ਰੈਜ਼ੀਡੈਂਟ ਕੋਲ ਇਹ ਹੱਕ ਹੈ, ਪਰ ਉਹ ਇਹ ਨਹੀਂ ਵੀ ਇਕੱਲਾ ਪ੍ਰਧਾਨ ਮੰਤਰੀ ਜਾ ਵੜੂਗਾ ਪ੍ਰੈਜ਼ੀਡੈਂਟ ਨੂੰ ਕਹਿ ਦੂਗਾ ਚਲੋ ਜੀ ਲਾ ਦਿਓ ਜੀ ਐਮਰਜੈਂਸੀ, ਹਾਂ ਰਿਟਨ ਦੇ ਵਿੱਚ ਕੈਬਨਿਟ ਦੀ ਮਨਜ਼ੂਰੀ ਲੈ ਕੇ ਆਊ। ਜੇ ਸਾਰਿਆਂ ਦੇ ਤੁਹਾਡੀ ਸਾਰੇ ਕੈਬਨਿਟ ਦੀ ਸਹਿਮਤੀ ਹੈ, ਪ੍ਰਧਾਨ ਮੰਤਰੀ ਵੀ ਕਹੀ ਜਾਂਦਾ ਵੀ ਹਾਂ ਲਾਉਣੀ ਆ, ਉਹਦੀ ਕੈਬਨਿਟ ਵੀ ਕਹੀ ਜਾਂਦੀ ਹੈ ਵੀ ਲਾਉਣੀ ਆ ਜ਼ਰੂਰੀ ਹੈ ਹਨਾ, ਤੇ ਉਹ ਰਿਟਨ ਦੇ ਵਿੱਚ ਉਹ ਆਪਦੇ ਨਾਂ ਲਿਖ ਦੇਣਗੇ ਸਾਈਨ। ਜਿਵੇਂ ਹੁਣ ਮੰਨ ਕੇ ਚਲੋ ਆਪਾਂ ਪਹਿਲੀ ਵੰਡੀ ਸੀ ਜਾਂ ਕੁਝ ਵੀ ਕੀਤਾ ਸੀ ਹਨਾ, ਤੇ ਆਪਾਂ ਕੀ ਕਰਦੇ ਸੀਗੇ, ਉੱਥੇ ਪਹਿਲਾਂ ਮਤਾ ਪਾ ਦਿੰਦੇ ਸੀਗੇ, ਉਹ ਸਟੇਟਮੈਂਟ ਲਿਖ ਦਿੰਦੇ ਸੀ, ਤੇ ਹੇਠਾਂ ਆਪਾਂ ਸਾਰੇ ਬੰਦਿਆਂ ਦੇ ਸਾਈਨ ਹੁੰਦੇ ਸੀ ਵੀ ਸਾਰੇ ਸਹਿਮਤ ਆ। ਉਹ ਚੀਜ਼ ਆ, ਉਵੇਂ ਉਹ ਮਤਾ ਪਾ ਕੇ ਉਹਨੂੰ ਪ੍ਰੈਜ਼ੀਡੈਂਟ ਕੋਲੇ ਲੈ ਕੇ ਜਾਊਗੇ ਤੇ ਪ੍ਰੈਜ਼ੀਡੈਂਟ ਸਾਈਨ ਕਰ ਦੂਗਾ ਵੀ ਠੀਕ, ਪਤਾ ਲੱਗ ਗਿਆ। ਪਰ ਹਾਂ ਬਈ 44ਵੀਂ ਕਨਸਟੀਟਿਊਸ਼ਨਲ ਅਮੈਂਡਮੈਂਟ ਤੋਂ ਪਹਿਲਾਂ ਐ ਨਹੀਂ ਹੁੰਦਾ ਸੀ, ਉਦੋਂ ਬਸ ਪ੍ਰਧਾਨ ਮੰਤਰੀ ਨੇ ਜਾ ਕੇ ਇੰਦਰਾ ਗਾਂਧੀ ਜੀ ਨੇ ਸਿੱਧਾ ਕਹਿਤਾ, ਉਹਨੇ ਲਾਤੀ, ਮੰਤਰੀਆਂ ਨੂੰ ਵੀ ਫੇਰ ਪਤਾ ਲੱਗਿਆ ਵੀ ਹਾਂ ਯਾਰ ਆ ਤਾਂ ਐਮਰਜੈਂਸੀ ਲੱਗ ਗਈ। ਠੀਕ ਓਕੇ, ਹੈ। ਆਹ ਚੀਜ਼ਾਂ ਹਾਂ ਜਿੰਨਾ ਕੁ ਮੈਂ ਆ ਟੇਬਲ ਜਿਹਾ ਬਣਾਇਆ ਆ ਲਿਖਿਆ, ਇੰਨੀ ਕੁ ਚੀਜ਼ ਇੱਕ ਵਾਰੀ ਯਾਦ ਰੱਖਣੀ ਹੈ ਇਹਦੇ ਬਾਰੇ, ਐਮਰਜੈਂਸੀ ਬਾਰੇ। ਇੱਕ ਤਾਂ ਆਰਟੀਕਲ ਯਾਦ ਰੱਖਣੇ ਆ, ਦੂਜੀ ਗੱਲ ਵੀ ਕਦੋਂ ਲੱਗ ਸਕਦੀ ਹੈ ਐਮਰਜੈਂਸੀ, ਓਨਲੀ ਔਨ ਰਿਟਨ ਰਿਕਮੈਂਡੇਸ਼ਨ। ਰਿਟਨ ਰਿਕਮੈਂਡੇਸ਼ਨ ਰਿਟਨ ਰਿਕਮੈਂਡੇਸ਼ਨ। ਕਿਹਦੀ ਰਿਟਨ ਰਿਕਮੈਂਡੇਸ਼ਨ, ਕੈਬਨਿਟ ਦੀ। ਕੈਬਨਿਟ। ਜਿਵੇਂ ਆਪਾਂ ਪਹਿਲਾਂ ਆਪਾਂ ਪੜਿਆ ਨਹੀਂ ਸੀਗਾ ਵੀ ਉਹਦੇ ਵਾਸਤੇ ਵੀ ਆਪਾਂ ਨੂੰ ਰਿਕਮੈਂਡੇਸ਼ਨ ਚਾਹੀਦੀ ਹੁੰਦੀ ਹੈ ਰਾਸ਼ਟਰਪਤੀ ਦੀ ਪੈਸੇ ਕਢਾਉਣ ਨੂੰ ਜਾਂ ਹੋਰ ਹਨਾ, ਜੇ ਯਾਦ ਹੋਵੇ ਹਾਂ ਬਈ ਅੱਜ ਹੀ ਆਪਾਂ ਫਾਈਨੈਂਸ਼ੀਅਲ ਪਾਵਰਸ ਪੜ੍ਹੀ ਜਾਂਦੇ ਸੀਗੇ, ਤੇ ਉਹ ਚੀਜ਼ਾਂ ਵੀ ਪਹਿਲਾਂ ਰਿਕਮੈਂਡੇਸ਼ਨ ਤੇ ਰਾਸ਼ਟਰਪਤੀ ਦੀਆਂ ਚਾਹੀਦੀਆਂ ਹੁੰਦੀਆਂ ਸਾਰਾ ਕੰਮ ਕਰਨ ਲਈ। ਹੁਣ ਇੱਥੇ ਇਹ ਆ ਵੀ ਉਹ ਚੀਜ਼ ਨੂੰ ਤੁਹਾਨੂੰ ਪਾਸ ਕਰਾਉਣ ਲਈ ਕੈਬਨਿਟ ਦੀ ਵੀ ਰਿਟਨ ਰਿਕਮੈਂਡੇਸ਼ਨ ਚਾਹੀਦੀ ਹੈ। ਸਮਝ, ਮੈਨੂੰ ਲੱਗਦਾ ਨਹੀਂ ਕੋਈ ਬਾਹਲਾ ਕੰਮ ਔਖਾ, ਨਾਰਮਲ ਹੀ ਹੋ ਜਾਂਦਾ। ਨਹੀਂ ਸਮਝ ਲੱਗੀ ਨਾ। ਹਾਂ ਬਈ ਸੋ ਤੁਹਾਨੂੰ ਹੁਣ ਐਮਰਜੈਂਸੀ ਪਾਵਰਸ ਦਾ ਪਤਾ ਲੱਗ ਗਿਆ ਨਾ ਬਸ। ਹਾਂ ਬਈ ਹਾਂ ਠੀਕ ਹੈ, ਹੁਣ ਅੱਗੇ ਵੇਖੋ ਡੈਕਲੇਰੇਸ਼ਨ ਆਫ ਨੈਸ਼ਨਲ ਐਮਰਜੈਂਸੀ ਕਿੰਨੇ ਵਾਰੀ ਇਹ ਤੋਂ ਪਹਿਲਾਂ ਡਿਕਲੇਅਰ ਹੋਈ ਆ। ਤੁਹਾਨੂੰ ਇਹ ਗੱਲ ਇੱਕ ਹੋਰ ਮੈਂ ਇੱਥੇ ਕਲੀਅਰ ਕਰਦਾ ਵੀ ਜਿਹੜੀ ਨੈਸ਼ਨਲ ਐਮਰਜੈਂਸੀ ਆ ਉਹ ਸਾਰੇ ਭਾਰਤ 'ਚ ਵੀ ਲੱਗ ਸਕਦੀ ਆ, ਉਹ ਕਿਸੇ ਭਾਰਤ ਦੇ ਇੱਕ ਹਿੱਸੇ 'ਚ ਵੀ ਲੱਗ ਸਕਦੀ ਆ, ਸਟੇਟ ਦੇ ਇੱਕ ਹਿੱਸੇ 'ਚ ਵੀ ਲੱਗ ਸਕਦੀ ਆ। ਪਰ ਜਿਹੜੀ ਪ੍ਰੈਜ਼ੀਡੈਂਟ ਰੂਲ ਜਿਹਨੂੰ ਆਪਾਂ ਕਹਿ ਦਿੰਦੇ ਆ ਜਾਂ ਕਨਸਟੀਟਿਊਸ਼ਨਲ ਐਮਰਜੈਂਸੀ ਆ, ਉਹ ਇੱਕ ਸਟੇਟ ਦੇ ਵਿੱਚ ਲੱਗੂਗੀ। ਵੀ ਉਹ ਐਂ ਹੋਊਗਾ ਵੀ ਠੀਕ ਹੈ। ਜਿਵੇਂ ਹੁਣ ਮੰਨ ਕੇ ਲਓ ਹਰਿਆਣੇ 'ਚ ਲੱਗੀ ਹੋਈ ਆ, ਪੰਜਾਬ 'ਚ ਨਹੀਂ ਲੱਗੀ ਹੋ ਸਕਦੀ। ਪਰ ਜਿਹੜੀ ਨੈਸ਼ਨਲ ਐਮਰਜੈਂਸੀ ਆ ਉਹ ਸਾਰੇ ਭਾਰਤ 'ਚ ਵੀ, ਉਹ ਜੇ ਹੁਣ ਹਰਿਆਣੇ 'ਚ ਲੱਗੀ ਹੈ ਤਾਂ ਪੰਜਾਬ 'ਚ ਵੀ ਲੱਗੀ ਹੋਊਗੀ
ਵੈਸੇ ਉਹ ਇੱਕ ਹਿੱਸੇ 'ਚ ਵੀ ਲੱਗ ਸਕਦੀ ਹੈ ਨੈਸ਼ਨਲ ਐਮਰਜੈਂਸੀ ਵੀ, ਪਰ ਉਹ ਨੈਸ਼ਨਲ ਐਮਰਜੈਂਸੀ ਦਾ ਕਨਸੈਪਟ ਹੋਰ ਹੁੰਦਾ, ਸਟੇਟ ਦਾ ਹੋਰ ਹੁੰਦਾ। ਜ਼ਿਆਦਾਤਰ ਆਪਣੇ ਨੈਸ਼ਨਲ ਐਮਰਜੈਂਸੀ ਹਜੇ ਤੱਕ 3 ਵਾਰੀ ਲੱਗੀ ਹੈ। ਕਦੋਂ ਕਦੋਂ ਲੱਗੀ ਹੈ ਵੇਖੋ, ਪਹਿਲੀ ਨੈਸ਼ਨਲ ਐਮਰਜੈਂਸੀ ਕਦੋਂ ਲੱਗੀ ਸੀ? ਜਦੋਂ ਭਾਰਤ ਤੇ ਚੀਨ ਦਾ ਜੰਗ ਹੋਇਆ 1962 ਚ। ਦੂਜੀ ਨੈਸ਼ਨਲ ਐਮਰਜੈਂਸੀ ਕਦੋਂ ਲੱਗੀ ਸੀ? 1971 1971 ਚ ਵੀ ਇੰਡੋ ਪਾਕਿਸਤਾਨ। ਹਾਂ, ਫਸਟ ਨੈਸ਼ਨਲ ਐਮਰਜੈਂਸੀ 1962 ਦੀ। 1962 ਕਦੋਂ? ਇਹ ਹੁਣ ਤੁਹਾਡੇ ਯਾਦ ਹੀ ਹੈ ਵੀ ਕਦੋਂ ਲੱਗੀ ਹੈ? ਸੈਕਿੰਡ 1971 ਵੀ। 1971 71 ਤੇ ਤੀਜੀ 1975 ਦੀ। 1975 ਚ। ਆ ਹੁਣ ਜਿਹੜੀ ਸੈਕਿੰਡ ਲੱਗੀ ਹੈ ਇਹ ਇੰਡੀਆ ਤੇ ਪਾਕਿਸਤਾਨ ਦੀ ਵਾਰ ਵੇਲੇ ਲੱਗੀ ਹੈ। ਠੀਕ ਹੈ, ਵੀ ਇਹ ਪਹਿਲੀਆਂ ਦੋਵੇਂ ਤਾਂ ਆਪਾਂ ਕਹਿ ਸਕਦੇ ਹਾਂ ਵੀ ਇਹ ਸਹੀ ਸੀਗਾ, ਹਨਾ, ਵੀ ਜੰਗ ਵੇਲੇ ਐਮਰਜੈਂਸੀ ਲਾਉਣੀ ਜ਼ਰੂਰੀ ਹੋ ਜਾਂਦੀ ਹੈ। ਉਦੋਂ ਤੁਹਾਨੂੰ ਹਨਾ ਵੀ ਸਾਧਨਾਂ ਦੀ ਘਾਟ ਹੋ ਜਾਂਦੀ ਜਾਂ ਕੋਈ ਵੀ ਕਾਰਨ ਹੈ, ਵੀ ਜੰਗ ਜਿੱਤਣ ਵਾਸਤੇ ਤੁਹਾਨੂੰ ਸਾਰਾ ਕੁਝ ਫਿਰ ਆਪਦਾ ਸਾਰਾ ਜ਼ੋਰ ਉੱਧਰ ਲਾਉਣਾ ਪੈਂਦਾ। ਠੀਕ ਹੈ, ਪਰ ਜਿਹੜੀ 1975 ਦੇ ਵਿੱਚ ਸੀਗੀ ਨਾ, ਉਹ ਇਹਨੇ ਕੋਈ ਜੰਗ ਨਹੀਂ ਲੱਗੀ ਸੀ, ਉਹ ਐਵੇਂ ਹੀ ਲਾਤੀ ਸੀ ਉਹਨੇ। ਉਹ ਕੀ ਕੀਤਾ ਸੀਗਾ ਇੰਦਰਾ ਗਾਂਧੀ ਨੇ? ਐਵੇਂ ਲਾਦੀ ਸੀ। ਐਵੇਂ ਹੀ ਲਾਤੀ ਸੀਗੀ, ਉਹ ਜੰਗ ਥੋੜਾ ਲੱਗੀ ਸੀ ਉਦੋਂ। ਠੀਕ ਹੈ, ਆ ਕੀ ਲਿਖਿਆ ਇੱਥੇ ਮੈਨੂੰ ਲਾਈਨ ਜੀ ਦੀਦੀ ਨਹੀਂ ਗਈ, ਔਨ ਗਰਾਊਂਡਸ ਆਫ ਇੰਟਰਨਲ ਡਿਸਟਰਬੈਂਸ ਲਿਖਿਆ ਨਾ? ਹਾਂ ਹਾਂ ਵੀ। ਸੋ ਅਸਲ ਦੇ ਵਿੱਚ ਇਹ ਹੈ ਵੀ ਨੈਸ਼ਨਲ ਐਮਰਜੈਂਸੀ ਦੇ ਵਿੱਚ 2 ਵਰਡ ਲਿਖੇ ਹੋਏ ਹੁੰਦੇ ਆ, ਵੀ ਜਾਂ ਤਾਂ ਵਾਰ ਔਰ ਇੰਟਰਨਲ ਡਿਸਟਰਬੈਂਸ ਲਿਖਿਆ ਹੁੰਦਾ ਸੀ ਪਹਿਲਾਂ, ਵੀ ਤੁਸੀਂ ਐਮਰਜੈਂਸੀ ਲਾ ਸਕਦੇ ਆ ਕਦੋਂ ਕਦੋਂ। ਆਰਟੀਕਲ 352 ਦੇ ਵਿੱਚ ਕੀ ਲਿਖਿਆ ਹੁੰਦਾ ਸੀਗਾ ਵੀ ਤੁਸੀਂ ਨੈਸ਼ਨਲ ਐਮਰਜੈਂਸੀ ਲਾ ਸਕਦੇ ਆ ਕਦੋਂ ਕਦੋਂ? ਜਦੋਂ ਵਾਰ ਹੋਵੇ ਜਾਂ ਇੰਟਰਨਲ ਡਿਸਟਰਬੈਂਸ ਹੋਵੇ। ਠੀਕ ਹੈ, ਤੇ ਉਹਨੇ ਹੁਣ ਇੰਟਰਨਲ ਡਿਸਟਰਬੈਂਸ ਤਾਂ ਕੁਝ ਵੀ ਹੋ ਸਕਦੀ ਹੈ। ਇੱਕ ਧਰਨਾ, ਹੁਣ ਕਿਸਾਨ ਅੰਦੋਲਨ ਵਾਲੇ ਧਰਨਾ ਲਾਈ ਬੈਠੇ ਤੇ ਉਹਨੂੰ ਕਹਿ ਦੇਣ ਵੀ ਇੰਡੀਆ ਗਵਰਨਮੈਂਟ ਕੱਲ ਨੂੰ ਕਹਿ ਦੇ ਵੀ ਇਹ ਤਾਂ ਇੰਟਰਨਲ ਡਿਸਟਰਬੈਂਸ ਸੀਗੀ ਸਾਡੀ ਤੇ ਅਸੀਂ ਤਾਂ ਐਮਰਜੈਂਸੀ ਲਾ ਦਿੰਦੇ ਹਾਂ। ਉਦੋਂ ਐਂ ਕੀਤਾ ਸੀ ਇੰਦਰਾ ਗਾਂਧੀ ਨੇ, ਉਦੋਂ ਧਰਨੇ ਧੁਰਨੇ ਵਾਹਵਾ ਲੱਗੀ ਜਾਂਦੇ ਸੀ, ਇਹਨਾਂ ਦੀ ਇੰਟਰਨਲ ਡਿਸਟਰਬੈਂਸ ਹੋ ਗਈ ਚੱਕ ਕੇ ਐਮਰਜੈਂਸੀ ਲਾ ਦਿੱਤੀ ਤੇ ਬਾਅਦ ਚ ਸਾਲ ਲਾਈ ਰੱਖੀ ਉਹ। ਠੀਕ ਹੈ, ਉਹਦੇ ਨੁਕਸਾਨ ਬੜੇ ਹੋ ਜਾਂਦੇ ਉਦੋਂ ਬਾਅਦ ਦੇ ਵਿੱਚ, ਤਾਂ ਕਰਕੇ ਉਹਨਾਂ ਨੇ 44ਵੀਂ ਦੇਖੋ 42ਵੀਂ ਉਹਨੇ ਵੀ ਇੰਦਰਾ ਗਾਂਧੀ ਨੇ 1976 ਚ ਇਹ ਕੰਮ ਕੀਤਾ ਹਨਾ, ਐਮਰਜੈਂਸੀ ਵਾਲਾ। ਤੁਹਾਨੂੰ ਦੱਸਿਆ ਵੀ ਪਹਿਲਾਂ ਤਾਂ ਬਿਨਾਂ ਕਿਸੇ ਬੰਦੇ ਨੂੰ ਪੁੱਛਿਆ ਵੀ ਨਹੀਂਗਾ, ਉਹੀ ਲਵਾਤੀ ਹਨਾ। ਹਾਂ ਬਈ। 2 ਨੰਬਰ ਤੇ ਲਾਉਣ ਦਾ ਕਾਰਨ ਵੀ ਕੋਈ ਨਹੀਂ ਸੀਗਾ, ਇੰਟਰਨਲ ਡਿਸਟਰਬੈਂਸ ਦੇ ਨਾਂ ਤੇ ਲਵਾਤੀ। ਪਰ ਹੁਣ ਉਦੋਂ ਬਾਅਦ ਵਿੱਚ ਕੀ ਆ ਵੀ 44ਵੀਂ ਸੰਵਿਧਾਨਕ ਸਭਾ ਚ ਇੱਕ ਤਾਂ ਉਹਨਾਂ ਨੇ, ਮੈਂ ਤੈਨੂੰ ਕਿਹਾ ਵੀ ਰਿਟਨ ਰਿਕਮੈਂਡੇਸ਼ਨ ਜ਼ਰੂਰੀ ਕਰਤੀ ਸੀਗੀ ਉਹਦੇ ਵਾਸਤੇ। ਦੂਜਾ ਉਹਨਾਂ ਨੇ ਕੀ ਜ਼ਰੂਰੀ ਕਰਤਾ ਸੀਗਾ ਵੀ ਜਿਹੜਾ ਵਰਡ ਸੀ ਨਾ ਇੰਟਰਨਲ ਡਿਸਟਰਬੈਂਸ, ਉਹਨੂੰ ਚੇਂਜ ਕਰਤਾ ਸੀ ਆਰਮਡ ਰਿਬੇਲੀਅਨ ਦੇ ਨਾਲ, ਵੀ ਜੇ ਹਥਿਆਰਬੰਦ ਵਿਦਰੋਹ ਹੋ ਰਿਹਾ ਦੇਸ਼ ਦੇ ਵਿੱਚ ਫਿਰ ਤੁਹਾਨੂੰ ਐਮਰਜੈਂਸੀ ਲਾਉਣੀ ਜ਼ਰੂਰੀ ਹੈ। ਪਰ ਜੇ ਨਾਰਮਲ ਵੈਸੇ ਹੀ ਕੋਈ ਪੀਸਫੁਲੀ ਮੰਨ ਕੇ ਚੱਲੋ, ਕੋਈ ਹਨਾ ਮੁਜ਼ਾਹਰੇ ਕਰੀ ਜਾਂਦੇ ਜਾਂ ਉਹਨੂੰ ਤੁਸੀਂ ਇਹ ਨਹੀਂ ਨਾ ਵੀ ਉੱਥੇ ਐਮਰਜੈਂਸੀ ਲਾ ਦੋਗੇ। ਵੀ ਹੁਣ ਕਿਸਾਨ ਅੰਦੋਲਨ ਚੱਲੀ ਜਾਂਦਾ ਬੜਾ ਪੀਸਫੁਲ ਆ, ਇਹ ਥੋੜਾ ਵੀ ਹੁਣ ਦੇਸ਼ 'ਚ ਐਮਰਜੈਂਸੀ ਲਾ ਦੇਣਗੇ। ਹਾਂ, ਜੇ ਉਹੀ ਕਿਸਾਨ ਕੱਲ ਨੂੰ ਬੰਦੂਕਾਂ ਚੱਕ ਲੈਣ ਤੇ ਆਪਾਂ ਕਿਰਪਾਨਾਂ ਚੱਕ ਲਈਏ ਤੇ ਆਪਾਂ ਕਹਿ ਦਈਏ ਵੀ ਹਾਂ ਅਸੀਂ ਤਾਂ ਚੱਲੇ ਆਂ ਦਿੱਲੀ ਜਿੱਤਣ, ਤੇ ਫਿਰ ਲੱਗੂਗੀ। ਸਮਝ ਲੱਗ ਗਈ? ਸੋ ਵੀ 44ਵੀਂ ਸੰਵਿਧਾਨਕ ਸਭਾ 'ਚ 2 ਚੀਜ਼ਾਂ ਉਹ ਕੀਤੀਆਂ ਉਹਨਾਂ ਨੇ ਹਨਾ, ਇੱਕ ਤਾਂ ਰਿਟਨ ਰਿਕਮੈਂਡੇਸ਼ਨ ਜ਼ਰੂਰੀ ਕਰਤੀ, ਤੇ ਇੱਕ ਜਿਹੜਾ ਵਰਡ ਸੀ ਇੰਟਰਨਲ ਰਿਬੇਲੀਅਨ, ਇੰਟਰਨਲ ਡਿਸਟਰਬੈਂਸ, ਉਹਨੂੰ ਚੇਂਜ ਕਰਤਾ ਸੀ ਆਰਮਡ ਰਿਬੇਲੀਅਨ ਦੇ ਨਾਲ। ਸੋ ਇਹ ਚੀਜ਼ ਯਾਦ ਰੱਖ ਲਿਓ, ਆਰਮਡ ਰਿਬੇਲੀਅਨ। ਆਰਮਡ ਹੁੰਦਾ ਹਥਿਆਰ, ਆਰਮ ਹੁੰਦਾ ਹਥਿਆਰ, ਹਥਿਆਰਾਂ ਨੂੰ ਇੰਗਲਿਸ਼ 'ਚ ਕੀ ਕਹਿੰਦੇ? ਆਰਮ। ਤੇ ਰਿਬੇਲੀਅਨ ਹੁੰਦਾ ਵਿਦਰੋਹ, ਵੀ ਹਥਿਆਰਬੰਦ ਵਿਦਰੋਹ ਜੇ ਹੋਇਆ ਫੇਰ ਲਾ ਸਕਦੇ ਆ। ਵੀ ਨੈਸ਼ਨਲ ਐਮਰਜੈਂਸੀ ਦੇ ਵਿੱਚ 2 ਵਰਡ ਲਿਖੇ ਹੋਏ ਆ ਵੀ ਤੁਸੀਂ ਕਦੋਂ ਕਦੋਂ ਲਾ ਸਕਦੇ ਆ। ਇੱਕ ਤਾਂ ਤੁਸੀਂ ਵਾਰ ਟਾਈਮ ਲਾ ਸਕਦੇ ਆ, ਦੂਜਾ ਤੁਸੀਂ ਪਹਿਲਾਂ ਕੀ ਲਿਖਿਆ ਹੁੰਦਾ ਸੀ ਵਰਡ ਇੰਟਰਨਲ ਡਿਸਟਰਬੈਂਸ ਦੇ ਟਾਈਮ ਤੇ ਲਾ ਸਕਦੇ ਆ। ਪਰ 44ਵੀਂ ਕੌਂਸਟੀਟਿਊਸ਼ਨਲ ਅਮੈਂਡਮੈਂਟ ਦੇ ਰਾਹੀਂ ਕੀ ਕੀਤਾ ਸੀ ਵੀ ਜਿਹੜਾ ਵਰਡ ਦੂਜਾ ਲਿਖਿਆ ਸੀ ਨਾ ਇੰਟਰਨਲ ਡਿਸਟਰਬੈਂਸ,
ਉਹਦੀ ਥਾਂ ਤੇ ਵਰਡ ਚੇਂਜ ਕਰਤਾ ਸੀ। ਕਿਹੜਾ ਵਰਡ ਲਿਖਤਾ ਸੀਗਾ? ਆਰਮਡ ਤੇ ਆਰਮਡ ਰਿਬੇਲੀਅਨ। ਲਿਖ ਕੇ ਦੱਸਾਂ ਹੈ? ਹਾਂ ਪਤਾ ਲੱਗ ਕੇ ਗੱਲ ਹੁੰਦਾ ਆਰਮਡ ਨਾਲ ਮਿਲੀ। ਹਾਂ ਤੁਸੀਂ ਲਿਖ ਲਿਓ ਜੀ ਬਾਅਦ 'ਚ, ਠੀਕ ਹੈ। ਹਾਂ ਠੀਕ ਹੈ ਤੋ ਅੱਗੇ ਤੇ ਲਿਖੇ ਤਾਂ ਨੀਚੇ ਦਾੜੀ ਅਮੈਂਡਮੈਂਟ ਇੱਥੇ ਕੋਈ ਇਹਨਾਂ ਨੇ ਮੈਂਸ਼ਨ ਤਾਂ ਨਹੀਂ ਉਹ ਕੀਤਾ ਯਾਰ ਇਹਨਾਂ ਨੇ ਮੈਂਸ਼ਨ, ਠੀਕ ਆ ਮੈਂ ਤੁਹਾਨੂੰ ਕਹੀ ਜਾਂਦਾ ਵੀ ਜੇ ਯਾਦ ਰਹਿੰਦੀ ਤਾਂ ਰੱਖ ਲਓ, ਨਹੀਂ ਆ ਇੰਨਾ ਕੁ ਯਾਦ ਰੱਖ ਲਿਓ ਜੀ, ਠੀਕ ਆ। ਉਹ ਆਪਾਂ ਗਾਂ ਜਦੋਂ ਐਮਰਜੈਂਸੀ ਦੀ ਗੱਲ ਕਰਾਂਗੇ, ਪਰ ਜਿੰਨਾ ਮੈਂ ਉਹ ਟੇਬਲ ਦੇ ਚ ਉਹ ਤੁਹਾਡੇ ਜ਼ਰੂਰ ਪਤਾ ਹੋਣਾ ਚਾਹੀਦਾ। ਅੱਬਲ ਕੀ ਗੱਲ ਯਾਦ ਰਹਿ ਜਾਏਗੀ ਜਦੋਂ ਦੀ ਲੈਕਚਰ ਦੁਬਾਰਾ ਵੀ ਸੁਣਨਾ ਹੀ ਹੈ, ਜੇ ਨਾ ਵੀ ਰਹੂਗੀ ਫਿਰ ਅੱਗੇ ਪੜਾਂਗੇ, ਕਿਉਂਕਿ ਅੱਧੀਆਂ ਚੀਜ਼ਾਂ ਮੈਂ ਤੁਹਾਨੂੰ ਅਗਲੇ ਨਾਲ ਹੁਣੇ ਹੀ ਦੱਸੀ ਆ ਨਾ, ਤਾਂ ਟਾਈਮ ਜ਼ਿਆਦਾ ਲੱਗੀ ਜਾਂਦਾ। ਤੇ ਉਹ ਗਾਂ ਜਦੋਂ ਉਹ ਚੀਜ਼ਾਂ ਆਉਣਗੀਆਂ ਉਦੋਂ ਤੁਹਾਡੀ ਰਿਵੀਜ਼ਨ ਮੈਂ ਸੁਣਨੀਆਂ ਤੁਹਾਨੂੰ ਉਦੋਂ ਸੁਣੂਗਾ ਹੀ ਮੈਂ, ਠੀਕ ਹੈ। ਇਹ ਹੋ ਗਿਆ ਐਮਰਜੈਂਸੀ ਪਾਵਰ ਹੋ ਗਿਆ। ਅੱਗੇ ਆ ਗਿਆ ਵੀਟੋ ਪਾਵਰ। ਤੇ ਵੀਟੋ ਪਾਵਰ ਤਾਂ ਤੁਹਾਨੂੰ ਮੈਂ ਦੱਸਿਆ ਹੀ ਸੀ ਗੱਲ, ਤੁਹਾਨੂੰ ਕਿਹਾ ਨਹੀਂ ਸੀ ਵੀ ਵੇਖੋ ਬਈ ਆਪਣੀ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਦੇ ਕਿੰਨੇ ਸਟੈਪ ਹੁੰਦੇ ਆ? 3। ਪਹਿਲਾਂ ਕਿੱਥੇ ਇੱਕ ਸਦਨ ਦੇ ਵਿੱਚ ਪੇਸ਼ ਹੋਊਗਾ, ਵੀ ਐਗਜ਼ਾਮਪਲ ਲੈ ਲਓ ਲੋਕ ਸਭਾ 'ਚ। ਵੈਸੇ ਜਦੋਂ ਬਿੱਲ ਨੇ ਕਾਨੂੰਨ ਬਣਾਉਣਾ ਆਪਾਂ ਕਿਸੇ ਵੀ ਸਦਨ 'ਚ ਪਹਿਲਾਂ ਪੇਸ਼ ਕਰ ਸਕਦੇ ਨੇ, ਭਾਵੇਂ ਲੋਕ ਸਭਾ 'ਚ ਕਰ ਦਈਏ ਭਾਵੇਂ ਰਾਜ ਸਭਾ 'ਚ, ਠੀਕ ਹੈ। ਤੁਸੀਂ ਮੰਨ ਕੇ ਚੱਲੋ ਵੀ ਰਾਜ ਸਭਾ ਤੋਂ ਲੋਕ ਸਭਾ ਤੋਂ ਸ਼ੁਰੂ ਹੋਇਆ, ਜੇ ਲੋਕ ਸਭਾ ਤੋਂ ਸ਼ੁਰੂ ਹੋਇਆ ਪਹਿਲਾਂ ਲੋਕ ਸਭਾ ਦੇ ਵਿੱਚ ਪਾਸ ਹੋ ਜਾਊਗਾ, ਪਹਿਲੇ ਸਟੈਪ ਇਹੀ ਹੁੰਦਾ ਨਾ। ਹਾਂ ਬਈ ਦੂਜਾ ਸਟੈਪ ਦੇ ਵਿੱਚ ਕੀ ਹੋਊਗਾ? ਉਹ ਰਾਜ ਸਭਾ ਤੋਂ ਪਾਸ ਹੋ ਜਾਊਗਾ। ਤੇ ਤੀਜੇ ਸਟੈਪ 'ਚ ਕੀ ਹੋ ਜਾਊਗਾ? ਉਹ ਰਾਈਟ ਟੂ ਦੇ ਸਾਈਨ ਤੇ ਬਿੱਲ ਕੀ ਬਣ ਜਾਊਗਾ? ਐਕਟ। ਇਹਨਾਂ ਦਾ ਪਤਾ ਹੀ ਆਪਾਂ ਨੂੰ। ਹਾਂ ਬਈ ਹੁਣ ਹੁੰਦਾ ਕੀ ਹੈ ਵੀ ਜੇ ਲੋਕ ਸਭਾ ਨੇ ਪਾਸ ਕਰਤਾ ਤੇ ਰਾਜ ਸਭਾ ਨੇ ਪਾਸ ਨਾ ਕੀਤਾ, ਰਾਜ ਸਭਾ ਨੇ ਲੱਤ ਡਾਤੀ ਵਿੱਚ ਵੀ ਨਹੀਂ ਬਈ ਉਹਨਾਂ ਦੀ ਉੱਥੇ ਮੈਜੋਰਟੀ ਨਾ ਹੋਈ, ਹਨਾ। ਮੋਦੀ ਨੇ ਇੱਕ ਥਾਂ ਤੋਂ ਪਾਸ ਕਰਾ ਲਿਆ, ਦੂਜੀ ਥਾਂ ਤੇ ਅੜ ਗਿਆ ਬਿੱਲ ਲੈ ਕੇ ਤਾਂ ਸਰਕਾਰੀ ਆਉਂਦੀ ਹੈ, ਇਹ ਤਾਂ ਤੁਹਾਨੂੰ ਪਤਾ ਨਾ। ਹਾਂ ਵੀ ਜਿਹੜੀ ਪਾਲਿਸੀ ਆ ਵੀ ਹਾਂ ਵੀ ਆਪਾਂ ਆਹ ਚੀਜ਼ ਕਰਨੀ ਆ, ਉਹ ਹੁੰਦੀ ਤਾਂ ਸਰਕਾਰ ਦੀ ਹੈ, ਤਿਆਰ ਤਾਂ ਸਰਕਾਰੀ ਕਰਦੀ ਹੈ, ਪਰ ਉਹ ਪਾਰਲੀਮੈਂਟ ਉਹਨੂੰ ਪਾਸ ਕਰ ਦਿੰਦੀ ਹੈ ਵੀ ਹਾਂ ਠੀਕ ਆ, ਠੀਕ ਹੈ। ਤੁਹਾਨੂੰ ਦੱਸਿਆ ਸੀ ਪਾਲਿਸੀ ਤੇ ਐਕਟ ਦੇ ਵਿੱਚ ਕੀ ਫਰਕ ਹੁੰਦਾ। ਪਾਲਿਸੀ ਉਹ ਹੁੰਦੀ ਹੈ ਵੀ ਜਿਹੜੀ ਸਰਕਾਰ ਲੈ ਆਈ, ਸਰਕਾਰ ਨੂੰ ਕਿਸੇ ਦੇ ਅਪਰੂਵਲ ਦੀ ਲੋੜ ਨਹੀਂ, ਕੋਈ ਪਾਰਲੀਮੈਂਟ 'ਚ ਨਹੀਂ ਪਾਸ ਕਰਾਉਣ ਦੀ ਲੋੜ, ਬਸ ਸਰਕਾਰ ਨੇ ਸਿੱਧੀ ਲਾਗੂ ਕਰਾ ਦਿੱਤੀ, ਠੀਕ ਹੈ। ਜਿਹੜਾ ਐਕਟ ਹੁੰਦਾ, ਕਾਨੂੰਨ ਹੁੰਦਾ, ਉਹ ਇਹ ਹੁੰਦਾ ਵੀ ਸਰਕਾਰ ਦੀ ਪਾਲਿਸੀ ਉਹ ਵੀ ਸਰਕਾਰ ਨੇ ਜਿਵੇਂ ਪਾਲਿਸੀ ਬਣਾਈ ਸੀ, ਬਣਾਇਆ ਉਹ ਵੀ ਸਰਕਾਰ ਨੇ ਆ, ਪਰ ਉਹਨੂੰ ਤੁਸੀਂ ਪਾਰਲੀਮੈਂਟ ਚੋਂ ਪਾਸ ਕਰਾਉਣਾ। ਪਾਰਲੀਮੈਂਟ ਚੋਂ ਪਾਸ ਕਰਾਉਣ ਨਾਲ ਕੀ ਫਾਇਦਾ ਹੋਊਗਾ? ਵੀ ਪਾਰਲੀਮੈਂਟ ਦੇ ਵਿੱਚ ਪਹਿਲਾਂ ਉਹਦੇ ਬਾਰੇ ਡਿਸਕਸ ਹੋਊਗੀ ਵੀ ਉਹਦੇ ਆਹ ਨੁਕਸਾਨ ਹੋ ਸਕਦੇ, ਉਹਦੇ ਆਹ ਫਾਇਦੇ ਹੋ ਸਕਦੇ, ਉਸ ਤੋਂ ਬਾਅਦ ਉੱਥੇ ਵੋਟਿੰਗ ਹੋਊਗੀ। ਤੇ ਫਿਰ ਪਾਲਿਸੀ ਦਾ ਕੀ ਫਾਇਦਾ? ਉਹ ਸਿੱਧਾ ਹੀ ਲਾਗੂ ਹੋ ਜਾਂਦੀ, ਫਿਰ ਉਹਦਾ ਕੋਈ ਯਾਰ ਬਣਾ ਤੇ ਹੁਣ ਸਕਦਾ। ਸਰਕਾਰ ਨੂੰ, ਫਿਰ ਸਰਕਾਰ ਨੂੰ ਆਪਾਂ ਕਿਹਾ ਕੀ ਹੈ? ਸਰਕਾਰ ਕੀ ਐਗਜ਼ੈਕਟਿਵ ਆ, ਸਰਕਾਰ ਨੂੰ ਕੁਛ ਕੁ ਤਾਂ ਪਾਵਰਾਂ ਦਿੱਤੀਆਂ ਹੋਈਆਂ ਨਾ ਵੀ ਤੁਸੀਂ ਚਲਾਓ ਸਰਕਾਰ। ਤੇ ਐਂ ਤਾਂ ਫਿਰ ਕੋਈ ਵੀ ਬਣਾ ਸਕਦੀ ਪਾਲਿਸੀ। ਕੋਈ ਨਹੀਂ, ਫਿਰ ਉਹੀ ਗੱਲ ਆ ਵੀ ਜ਼ਰੂਰੀ ਚੀਜ਼ਾਂ ਤੇ ਕਾਨੂੰਨ ਬਣਾਉਣਾ ਜ਼ਰੂਰੀ ਹੈ। ਇਹੀ ਚੀਜ਼ਾਂ ਤਾਂ ਕਨਸਟੀਟਿਊਸ਼ਨ ਦੇ ਵਿੱਚ ਲਿਖੀਆਂ ਵੀ ਆਹ ਚੀਜ਼ ਜੇ ਤੁਸੀਂ ਆਹ ਕੰਮ ਕਰਨਾ, ਜਿਵੇਂ ਹੁਣ ਮੈਂ ਤੁਹਾਨੂੰ ਕਹੀ ਜਾਂਦਾ ਵੀ ਜੇ ਹੁਣ ਬਾਹਰ ਲਾਉਣੀ ਹੈ ਚੀਨ ਨਾਲ ਜਾਂ ਪਾਕਿਸਤਾਨ ਨਾਲ, ਉੱਥੇ ਪਾਰਲੀਮੈਂਟ ਦਾ ਅਪਰੂਵਲ ਜ਼ਰੂਰੀ ਹੈ, ਉੱਥੇ ਪਾਲਿਸੀ ਨਹੀਂ ਸਰਕਾਰ ਦੀ ਕੰਮ ਕਰਦੀ ਵੀ ਸਿੱਧੇ ਰਾਈਟ ਤੇ ਸਾਈਨ ਕਰਾ ਕੇ ਤੁਸੀਂ ਜੰਗ ਲਾ ਦਿੱਤੀ। ਵੀ ਜਿੱਥੇ ਚੀਜ਼ਾਂ ਜ਼ਿਆਦਾ ਭਿਆਨਕ ਹੋ ਸਕਦੀਆਂ ਗਾਂਹ ਜਾ ਕੇ, ਉੱਥੇ ਤੁਹਾਨੂੰ ਕਿਹਾ ਵੀ ਪਾਰਲੀਮੈਂਟ ਦੇ ਅਪਰੂਵਲ ਦੀ ਤੁਹਾਨੂੰ ਲੋੜ ਆ, ਪਾਲਿਸੀ ਨਹੀਂ, ਉੱਥੇ ਐਕਟ ਚਾਹੀਦਾ। ਤੇ ਜਿੱਥੇ ਸੌਖਾ ਹੀ ਹੈ ਕੰਮ ਵੀ ਹਾਂ ਵੀ ਕੋਈ ਏਡਾ ਵੱਡਾ ਉਹਦਾ ਭਿਆਨਕ ਨਹੀਂ ਵੀ ਹਨਾ, ਡੇਲੀ ਰੂਟੀਨ ਨਾਲ ਸੰਬੰਧਿਤ ਕੰਮ ਆ, ਹਨਾ, ਡੇਲੀ ਨਾਲ ਹੀ ਹਰ ਰੋਜ਼ ਦੇ ਆਮ ਮਰਾ ਕੰਮ ਆ ਜਿਹੜੇ, ਉਹ ਉਹਨਾਂ ਤੇ ਫਿਰ ਸਰਕਾਰ ਆਪੇ ਆਪਦੇ ਹਿਸਾਬ ਨਾਲ ਕਰ ਸਕਦੀ ਹੈ, ਪਾਲਿਸੀ ਬਣਾ ਸਕਦੀ। ਠੀਕ ਹੈ। ਹੁਣ ਤੁਹਾਨੂੰ ਚੀਜ਼ਾਂ ਕਲੀਅਰ ਹੁੰਦੀਆਂ ਨਾ ਵੀ ਕਿਉਂ ਪਾਰਲੀਮੈਂਟ ਦੇ ਵਿੱਚ ਡਿਸਕਸ਼ਨਾਂ ਦੀ ਕਾਹਤੋਂ ਲੋੜ ਆ। ਭਾਵੇਂ ਪਾਸ ਉਹ ਬਿੱਲ ਹੋ ਹੀ ਜਾਵੇ, ਪਰ ਜਦੋਂ ਡਿਸਕਸ਼ਨ ਹੋਈ ਆ ਉਹਦੇ ਜਿਹੜੇ ਨੈਗੇਟਿਵ ਇੰਪੈਕਟ ਹੋ ਸਕਦੇ, ਉਹਦੇ ਜਿਹੜੇ ਨੈਗੇਟਿਵ ਪ੍ਰਭਾਵ ਹੋ ਸਕਦੇ ਆ, ਉਹਦੀ ਗੱਲ ਤਾਂ ਹੋਈ ਨਾ ਪਾਰਲੀਮੈਂਟ ਦੇ ਵਿੱਚ, ਉਹ ਗੱਲ ਮੀਡੀਆ 'ਚ ਤਾਂ ਆਊਗੀ, ਲੋਕਾਂ ਤੱਕ ਤਾਂ ਪਹੁੰਚੂਗੀ ਉਹ ਗੱਲ ਵੀ ਇਹਦਾ ਆਹ ਨੁਕਸਾਨ ਵੀ ਹੋ ਸਕਦਾ। ਉਹ ਮੰਤਰੀ ਉਹ ਦੂਜਾ ਉਹ ਭਗਵੰਤ ਮਾਨ ਨੇ ਦੱਸਿਆ ਸੀ ਇਹਦਾ ਨੁਕਸਾਨ ਹੋ ਸਕਦਾ। ਤੇ ਜੇ ਹੁਣ ਸਰਕਾਰ ਨੇ ਪਾਲਿਸੀ ਲਿਆਂਦੀ, ਭਗਵੰਤ ਮਾਨ ਨੂੰ ਤਾਂ ਬੋਲਣ ਦਾ ਮੌਕਾ ਹੀ ਨਹੀਂ ਮਿਲਿਆ, ਤੇ ਨਾ ਭਗਵੰਤ ਮਾਨ ਨੂੰ ਮੀਡੀਆ ਨੇ ਕਵਰ ਕੀਤਾ, ਤੇ ਫਿਰ ਆਮ ਲੋਕਾਂ ਨੂੰ ਪਤਾ ਹੀ ਲੱਗਣਾ ਸੀ। ਹਾਂ ਤੁਹਾਨੂੰ ਦੱਸੀ ਹੈ ਨਾ ਵੀ ਜਦੋਂ ਕਿਸਾਨ ਬਿੱਲਾਂ ਦਾ ਵੀ ਜਦੋਂ ਆਰਡੀਨੈਂਸ ਆਇਆ ਸੀ, ਉਦੋਂ ਬਹੁਤ ਘੱਟ ਪਤਾ ਲੱਗਿਆ ਸੀ ਲੋਕਾਂ ਨੂੰ, ਪਰ ਜਦੋਂ ਉਹ ਕਾਨੂੰਨ ਬਣਾਉਣਾ ਪਿਆ ਉਹਨਾਂ ਨੂੰ, ਉਦੋਂ ਬਾਅਦ ਐਕਟ ਬਣਾ ਕੇ ਲੈ ਕੇ ਆਏ, ਉਦੋਂ ਪੰਗਾ ਪੈ ਗਿਆ। ਇਹ ਗੱਲ ਹੁਣ ਕਿੱਥੇ ਖੜੀ ਹੈ? ਉਹ ਯਾਰ ਉਹ ਗੱਲ ਆਪਾਂ ਹੁਣ ਆਪਣਾ ਲੈਕਚਰ ਦਾ ਉਹ ਮਤਲਬ ਨਹੀਂ, ਮੈਂ ਤੁਹਾਨੂੰ ਇਹ ਦੱਸਿਆ ਨਾ ਵੀ ਹੁਣ ਜੇ ਮੰਨ ਕੇ ਚਲੋ ਰਾਜ ਸਭਾ ਨੇ ਲੱਤ ਡਾਲੀ, ਆਪਾਂ ਉਹ ਗੱਲ ਕਰੀ ਜਾਂਦੇ ਸੀ, ਜੇ ਰਾਜ ਸਭਾ ਨੇ ਲੱਤ ਡਾਲੀ ਹਨਾ ਵੀ ਲੋਕ ਸਭਾ 'ਚ ਪਾਸ ਹੋ ਗਿਆ, ਰਾਜ ਸਭਾ ਨੇ ਕਿਹਾ ਵੀ ਨਾ ਪਾਸ ਹੋਇਆ, ਤੇ ਉੱਥੇ ਫਿਰ ਕੀ ਹੋਊਗਾ? ਕੀ ਆਪਾਂ ਇੱਕ ਪ੍ਰੋਵੀਜ਼ਨ ਪੜ੍ਹੀ ਹੈ, ਕੀ ਹੋਊਗਾ? ਲੋਕ ਸਭਾ ਨੇ ਪਾਸ ਕਰਤਾ, ਰਾਜ ਸਭਾ ਨੇ ਨਹੀਂ ਪਾਸ ਕੀਤਾ, ਕੀ ਹੋਊਗਾ? ਕੌਣ ਸੱਦੂਗਾ? ਪ੍ਰੈਜ਼ੀਡੈਂਟ।
ਤੇ ਉਹ ਜੁਆਇੰਟ ਸੈਸ਼ਨ ਜਦੋਂ ਆ ਗਿਆ, ਸਾਰੇ ਆ ਕੇ ਬਹਿ ਗਏ, ਤੇ ਉਹਦਾ ਲੀਡਰ ਕੌਣ ਹੋਊਗਾ? ਲੀਡਰ ਇਨ ਦੀ ਸੈਂਸ ਵੀ ਸੌਰੀ ਪ੍ਰੈਜ਼ਾਈਡਿੰਗ ਅਫਸਰ ਕੌਣ ਹੈਡ ਹੋਊਗਾ, ਹੈਡ ਹੋਊਗਾ, ਸਪੀਕਰ ਲੋਕ ਸਭਾ ਸਪੀਕਰ ਹੋਊਗਾ, ਲੋਕ ਸਭਾ ਸਪੀਕਰ ਹੋਊਗਾ। ਠੀਕ ਹੈ, ਸਮਝ ਲੱਗ ਗਈ ਨਾ? ਹੁਣ ਉਹ ਜੁਆਇੰਟ ਸੈਸ਼ਨ ਆ ਗਿਆ, ਜੁਆਇੰਟ ਸੈਸ਼ਨ ਦੇ ਵਿੱਚ ਚਲੋ ਇੱਕ ਇਹ ਚੀਜ਼ ਹੋ ਗਈ, ਜੁਆਇੰਟ ਸੈਸ਼ਨ ਨਾਲ ਗੱਲ ਕਲੀਅਰ ਹੋ ਜੂਗੀ, ਉਹ ਦੁਬਾਰਾ VOTING ਹੋ ਜੂਗੀ। ਠੀਕ ਹੈ, ਵੀ ਡਿਸਕਸ਼ਨ ਕਰਕੇ ਵੀ ਉਹਨਾਂ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਕਰਕੇ ਦੁਬਾਰਾ VOTING ਹੋ ਜੂਗੀ। ਤੇ VOTING 'ਚ ਤਾਂ ਯਾਰ ਲੋਕ ਸਭਾ ਨੇ ਜਿੱਤ ਹੀ ਜਾਣਾ ਹੁੰਦਾ, ਕਿਉਂਕਿ ਤੁਸੀਂ ਵੇਖੋ ਵੀ ਪਹਿਲਾਂ 500 ਉਹਦਾ ਮੈਂਬਰ ਆ, ਮੋਟਾ 300 ਮੈਂਬਰ ਉਹਦਾ ਰੱਖ ਲਓ, 800 ਮੈਂਬਰ ਆ ਟੋਟਲ, ਹਨਾ? ਤੇ 800 ਚੋਂ ਕਿਹਦੇ ਮੈਂਬਰ ਜ਼ਿਆਦੇ ਆ? ਲੋਕ ਸਭਾ ਦੇ ਆ। ਤੇ ਉਹ ਜਿਵੇਂ ਲੋਕ ਸਭਾ ਵਾਲੇ ਕਹਿ ਦੇਣਗੇ ਗੱਲ ਤਾਂ ਉਹੀ ਉਹਨਾਂ ਦੀ ਮੰਨੀ ਜਾਣੀ ਹੁੰਦੀ ਹੈ। ਚਲੋ ਇਹ ਵੈਸੇ ਪ੍ਰੋਵੀਜ਼ਨ ਆ, ਹਨਾ? ਵੀ ਜੇ ਉਹਨਾਂ ਨੇ ਲੱਤ ਡਾਈ ਤਾਂ ਕੀ ਗੱਲ ਆ ਗਈ? ਜੁਆਇੰਟ ਸੈਸ਼ਨ ਦੀ ਗੱਲ ਆ ਗਈ, ਹਨਾ? ਤੇ ਹੁਣ ਜੇ ਮੰਨ ਕੇ ਚਲੋ ਲੋਕ ਸਭਾ ਨੇ ਪਾਸ ਕਰਤਾ, ਰਾਜ ਸਭਾ ਨੇ ਪਾਸ ਕਰਤਾ, ਤੇ ਤੁਹਾਨੂੰ ਦੱਸਿਆ ਸੀ ਰਾਸ਼ਟਰਪਤੀ ਕੋਲੇ 4 ਪੋਸੀਬਿਲਟੀਆਂ ਬਣਦੀਆਂ, ਤੁਹਾਨੂੰ ਕੱਲ ਦੱਸਿਆ ਸੀ ਕਿਹੜੀ ਉਹ ਬਿੱਲ ਤੇ ਸਾਈਨ ਕਰਦੇ ਤਾਂ ਬਿੱਲ ਪਾਸ ਹੋ ਗਿਆ, ਬਿੱਲ ਐਕਟ ਬਣ ਗਿਆ। ਜੇ ਉਹਨੇ ਕਹਿਤਾ ਉਹਨੇ ਕੁਝ ਵੀ ਨਾ ਕਰੇ, ਉਹ ਕੁਝ ਵੀ ਨਾ ਕਰੇ, ਵਿਦ ਹੋਲਡ ਕਰ ਲੇ, ਉਹਨੂੰ ਅਸੀਂ ਕਿਹੜੀ ਵੀਟੋ ਕਹਿੰਦੇ ਆ? ਪਾਕਟ ਵੀਟੋ ਕਹਿੰਦੇ ਆ। ਉਹ ਆਪਦੀ ਜੇਬ 'ਚ ਪਾ ਕੇ ਰੱਖ ਲੈਂਦਾ, ਬਸ। ਗੱਲ ਸਮਝ ਲੱਗ ਗਈ? ਵੀਟੋ ਕੀ ਹੁੰਦੀ ਹੈ? ਵੀਟੋ ਦਾ ਅਸਲ 'ਚ ਇਹੀ ਹੁੰਦਾ ਵੀ ਉਹਦੇ ਕੋਲੇ ਪਾਵਰ ਆ ਵੀ ਕਿਸੇ ਚੀਜ਼ ਤੇ ਸਾਈਨ ਕਰਨੇ ਆ, ਕਿਸੇ ਬਿੱਲ ਤੇ ਕਿ ਨਹੀਂ ਕਰਨੇ। ਜਦੋਂ ਕਾਨੂੰਨ ਬਣਾਉਣਾ ਹੈ, ਤੀਜਾ ਸਟੈਪ ਹੈ ਜਿਹੜਾ, ਉਹਦੇ 'ਚ ਉਹਨੇ ਸਾਈਨ ਕਰਨੇ ਕਿ ਨਹੀਂ ਕਰਨੇ, ਉਹ ਉਹਦੀ ਪਾਵਰ ਆ। ਠੀਕ ਹੈ, ਉਹ ਹੋ ਸਕਦਾ ਉਹ ਆਪਦੀ ਪਾਕਟ 'ਚ ਹੀ ਰੱਖ ਲੇ, ਮਤਲਬ ਵਿਦ ਹੋਲਡ ਕਰ ਲੇ, ਵੀ ਆਪਦੀ ਰਾਏ ਜੇ ਵੀ ਨਾ ਗਏ। ਠੀਕ ਹੈ, ਇੱਕ ਤਾਂ ਉਹ ਹੋ ਗਈ। ਸੌਰੀ ਅਰੇ ਗਲਤ ਤਾਂ ਲਿਖਿਆ ਪਿਆ, ਵਿਦ ਹੋਲਡ ਆਫ ਅਸੈਂਟ ਨੂੰ ਐਬਸੋਲੂਟ ਲਿਖੀ ਬੈਠੇ ਆ। ਠੀਕ ਆ, ਅੱਛਾ, ਇਹਨਾਂ ਨੇ ਵਿਦ ਹੋਲਡ ਦਾ ਇੱਥੇ ਮਤਲਬ ਹੋਰ ਆ। ਇਹਨਾਂ ਨੇ ਵਿਦ ਹੋਲਡ ਦਾ, ਜਿਵੇਂ ਮੈਂ ਤੁਹਾਨੂੰ ਕਹਿਣੀ ਸੀ ਵੀ ਜਵਾਬ ਹੀ ਦੇਤਾ, ਹਾਂ, ਉਹ ਮਤਲਬ ਕਹਿੰਦੇ ਆ ਵਿਦ ਹੋਲਡ ਦਾ। ਠੀਕ ਆ, ਉਹ ਹੈ ਐਬਸੋਲੂਟ ਵੀਟੋ। ਸੌਰੀ ਯਾਰ, ਜਵਾਬ ਵੀ ਨਹੀਂ ਦਿੱਤਾ, ਇੱਕ ਮਿੰਟ ਖੜੇ, ਕੀ ਕਰੀ ਕੀ ਬੈਠੇ। ਚਲੋ ਇਹ ਨਾ ਮੈਂ ਤੁਹਾਨੂੰ ਕਲੀਅਰ ਕਰਕੇ ਦੱਸੂਗਾ, ਵੀਟੋ ਪਾਵਰ ਇੱਕ ਵਾਰੀ ਹੁਣ ਉਹ ਕਰ ਲਓ, ਉਹ 4 ਐਬਸੋਲੂਟ ਤਾਂ ਹੀ ਹੁੰਦਾ ਵੀ ਹੁਣ ਹਾਂ ਕੀਤੇ ਹਾਂ ਕੀਤੇ ਵਿਦ ਹੋਲਡ ਹੁੰਦਾ ਹੈ। ਨਹੀਂ, ਤੇ ਫਿਰ ਪਾਕਟ ਦੇ ਵਿੱਚ ਕੀ ਫਰਕ ਹੋਇਆ? ਪਾਕਟ ਤੇ ਐਬਸੋਲੂਟ ਚ ਫਰਕ ਕੀ ਰਹਿ ਗਿਆ? ਇਹ ਆਈ ਥਿੰਕ ਮੈਨੂੰ ਲੱਗਦਾ ਵੀ ਇੱਥੇ ਇਹਨਾਂ ਨੇ ਕੋਈ ਨਾ ਕੋਈ ਗੜਬੜ ਕੀਤੀ ਹੈ ਫਿਰ ਬੁੱਕ ਵਾਲਿਆਂ ਨੇ, ਤਾਂ ਕਰਕੇ ਮੈਂ ਬਾਅਦ ਚ ਦੱਸੂਗਾ ਤੁਹਾਨੂੰ, ਇਹ ਕਲੀਅਰ ਕਰ ਲਾਂਗੇ ਆਪਾਂ। ਹੁਣ ਆਪਣਾ ਇੱਕ ਹੋਰ ਟੌਪਿਕ ਰਹਿੰਦਾ, ਪਾਰਡਨਿੰਗ ਪਾਵਰ। ਠੀਕ ਹੈ, ਆਫ ਪ੍ਰੈਜ਼ੀਡੈਂਟ। ਠੀਕ ਹੈ, ਪਾਰਡਨਿੰਗ ਆਫ ਪਾਵਰ ਤੁਹਾਨੂੰ ਕਿਹਾ ਸੀ ਮੈਂ, ਬਾਅਦ ਚ ਕਰਦੇ ਆਪਾਂ। ਠੀਕ ਹੈ, ਹੁਣ ਪਾਰਡਨਿੰਗ ਪਾਵਰ ਬਹੁਤ ਇੰਪੋਰਟੈਂਟ ਆ, ਵੈਰੀ ਇੰਪੋਰਟੈਂਟ ਆਰਟੀਕਲ ਆ, ਆਰਟੀਕਲ 72। ਠੀਕ ਹੈ, ਹੁਣ ਆਰਟੀਕਲ 72 ਕੀ ਆ? ਤੁਸੀਂ ਵੇਖੋ, ਬਲਵੰਤ ਸਿੰਘ ਰਾਜੂਆਣਾ ਸੀ, ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋ ਗਈ ਸੀ, ਅਦਾਲਤ ਨੇ ਦਿੱਤੀ ਸੀ। ਹਾਂ, ਠੀਕ ਹੈ, ਪਰ ਉਹਨਾਂ ਦੀ ਫਾਂਸੀ ਦੀ ਸਜ਼ਾ ਮਾਫ ਕਰ ਸਕਦਾ ਕੌਣ? ਕਰ ਸਕਦਾ ਰਾਸ਼ਟਰਪਤੀ ਕਰ ਸਕਦਾ, ਕਿਸੇ ਵੀ ਬੰਦੇ ਦੀ, ਉਹ ਭਾਵੇਂ ਫਾਂਸੀ ਦੀ ਸਜ਼ਾ ਭਾਵੇਂ ਉਮਰ ਕੈਦ ਆ। ਹੁਣ ਆਪਾਂ ਇਹ ਵੇਖਣਾ ਤੇ ਉਹ ਕਿਹੜੇ ਆਰਟੀਕਲ ਦੇ ਅਕੋਰਡਿੰਗਲੀ ਕਰ ਸਕਦਾ? ਉਹ ਆਰਟੀਕਲ 72 ਦੇ ਅਕੋਰਡਿੰਗਲੀ ਕਰ ਸਕਦਾ ਵੀ ਪ੍ਰੈਜ਼ੀਡੈਂਟ ਕੋਲੇ ਪਾਵਰ ਆ ਕਿਸੇ ਦੀ ਸਜ਼ਾ ਨੂੰ ਮਾਫ ਕਰਨ ਦੀ। ਉਹ ਸਜ਼ਾ ਘੱਟ ਕਰ ਸਕਦਾ, ਉਹ ਸਜ਼ਾ ਮਾਫ ਕਰ ਸਕਦਾ, ਉਹ ਸਜ਼ਾ ਨੂੰ ਚੇਂਜ ਕਰ ਸਕਦਾ। ਗੱਲ ਸਮਝ ਲੱਗ ਗਈ? 3-4 ਚੀਜ਼ਾਂ ਉਹ ਮੈਂ ਤੁਹਾਨੂੰ ਸਾਰੀਆਂ ਦੱਸਣ ਲੱਗਿਆ ਵੀ ਕਿਵੇਂ ਕਿਵੇਂ। ਠੀਕ ਹੈ, ਜਸਟ 1 ਮਿੰਟ ਯਾਰ, ਗੱਲ ਕਰ। ਤਾਂ ਪਹਿਲੀ ਕਿਹੜੀ ਹੈ? ਪਾਰਡਨ। ਪਾਰਡਨ ਦਾ ਮਤਲਬ ਹੁੰਦਾ ਮਾਫ ਹੀ ਕਰਤਾ। ਚਲੋ ਜੀ, ਜਦੋਂ ਵੇਖੋ, ਇਟ ਰਿਮੂਵਸ ਬੋਥ ਸੈਂਟੈਂਸ ਐਂਡ ਦਾ ਕਨਵਿਕਸ਼ਨ ਐਂਡ ਕੰਪਲੀਟਲੀ ਅਬਜ਼ੋਰਵਸ ਦਾ offender from all punishment and disqualification। ਪਾਰਡਨ ਜੇ ਆਪਾਂ ਕਹਿੰਦੇ ਨਾ ਵੀ ਰਾਸ਼ਟਰਪਤੀ ਨੇ ਪਾਰਡਨ ਕਰਤਾ, ਠੀਕ ਹੈ, ਪਾਰਡਨ ਦਾ ਮਤਲਬ ਇਹ ਆ ਵੀ ਉਹਨੇ ਤੁਹਾਡੀ ਜਿਹੜੀ ਸੈਂਟੈਂਸ ਸੀਗੀ ਉਹ ਜਮਾ ਮਾਫ ਕਰਤੀ, ਜਿੰਨੀ ਵੀ ਸਜ਼ਾ ਸੀ ਉਹ ਵੀ ਮਾਫ ਕਰਤੀ, ਪਲੱਸ ਤੁਹਾਡੇ ਤੇ ਜਿਹੜਾ ਦੋਸ਼ ਲੱਗਿਆ ਹੋਇਆ ਸੀ ਉਹ ਦੋਸ਼ ਵੀ ਤੁਹਾਡੇ ਦੋਸ਼ ਮੁਕਤ ਵੀ ਹੋ ਗਏ, ਸਜ਼ਾ ਵੀ ਮਾਫ ਹੋ ਗਈ, ਦੋਸ਼ ਵੀ ਤੁਹਾਡਾ ਖਤਮ ਕਰਤਾ।
ਵੀ ਹੁਣ ਤੁਸੀਂ ਆਮ ਜਮਾ ਜੇਲ੍ਹ 'ਚ ਆਮ ਬੰਦੇ ਹੁੰਦੇ ਹੋ ਜੇ ਹੁਣ ਇੱਕ ਇਹ ਆ ਵੀ ਕੱਲੀ ਸਜ਼ਾ ਖਤਮ ਹੋ ਗਈ ਪਰ ਤੁਹਾਡੇ ਤੋਂ ਦੋਸ਼ ਤਾਂ ਤੁਹਾਡੇ ਟੈਗ ਤਾਂ ਲੱਗਿਆ ਰਹੂਗਾ ਨਾ ਯਾਰ ਵੀ ਇਹਨੇ ਆਹ ਕੰਮ ਕੀਤਾ ਹਾਂ ਠੀਕ ਹੈ ਉਹਨੇ ਦੋਸ਼ ਮੁਕਤ ਕਰਤਾ ਤੇ ਤੁਹਾਡੀ ਸਾਰੇ ਦੇ ਸਾਰੇ ਤੁਸੀਂ ਕੰਮ ਆਮ ਨਾਗਰਿਕਾਂ ਵਾਂਗੂ ਕਰ ਸਕਦੇ ਆ ਵੀ ਵੇਖੋ ਤੁਹਾਡੀ ਪਨਿਸ਼ਮੈਂਟ ਵੀ ਸਾਰੀ ਖਤਮ ਹੋ ਗਈ ਤੇ ਜਿਹੜੀਆਂ ਤੁਹਾਡੀਆਂ ਡਿਸਕੁਆਲੀਫਿਕੇਸ਼ਨ ਸੀਗੀਆਂ ਵੀ ਆਪਾਂ ਕਹਿ ਸਕਦੇ ਆ ਵੀ ਹਾਂ ਵੀ ਜੇ ਇਹ ਜੇਲ੍ਹ 'ਚ ਜਾ ਕੇ ਆਇਆ ਤੇ ਆਹ ਕੰਮ ਨਹੀਂ ਕਰ ਸਕਦਾ ਜਾਂ ਜਿਵੇਂ ਹੁਣ ਆਪਾਂ ਜੋ ਫਾਰਮ ਨਹੀਂ ਭਰਦੇ ਹੁੰਦੇ ਉਹ ਕਹਿੰਦੇ ਨਹੀਂ ਹੁੰਦੇ ਵੀ ਤੁਹਾਡੇ ਤੇ ਕੋਈ FIR ਤਾਂ ਨਹੀਂ ਦਰਜ ਸੀਗੀ ਜਾਂ ਕੋਈ ਹੋਰ ਤਾਂ ਤੁਹਾਡੇ ਤੇ ਮਾਮਲਾ ਦਰਜ ਹੈਗਾ ਠੀਕ ਹੋ ਜਾਂਦੇ ਆ ਵੀ ਉਹ ਸਾਰੀਆਂ ਚੀਜ਼ਾਂ ਤੋਂ ਤੁਸੀਂ ਮਾਫ ਹੋ ਗਏ ਪਾਰਡਨ ਦਾ ਮਤਲਬ ਹੁੰਦਾ ਬਿਲਕੁਲ ਮਾਫ ਹੋਇਆ ਨਾ ਤੁਹਾਡੇ ਤੇ ਕੋਈ ਮੁਕੱਦਮਾ ਨਾ ਦੋਸ਼ ਨਾ ਤੁਹਾਨੂੰ ਕੋਈ ਸਜ਼ਾ ਸਜ਼ਾ ਤਾਂ ਤੁਹਾਡੀ ਜਿਹੜੀ 10 ਸਾਲਾਂ 'ਚ ਤੁਹਾਨੂੰ ਮਿਲੀ ਸੀ ਉਹ ਵੀ ਮਾਫ ਹੋ ਗਈ ਤੇ ਨਾਲ ਤੁਸੀਂ ਦੋਸ਼ ਮੁਕਤ ਵੀ ਹੋ ਗਏ ਇਟ ਰਿਮੂਵਸ ਬੋਥ ਸੈਂਟੈਂਸ ਹੁੰਦੀ ਹੈ ਸਜ਼ਾ ਜਿਵੇਂ ਮੈਂ ਤੁਹਾਨੂੰ 10 ਸਾਲਾਂ ਦੀ ਗੱਲ ਕੀਤੀ ਹੈ ਐਂਡ ਦਾ ਕਨਵਿਕਸ਼ਨ ਹੁੰਦੀ ਹੈ ਦੋਸ਼ ਜਿਹੜਾ ਦੋਸ਼ ਤੁਹਾਡੇ ਤੇ ਲੱਗਿਆ ਸੀਗਾ ਕਿਸੇ ਵੀ ਚੀਜ਼ ਦਾ ਆਪਾਂ ਕਹਿੰਦੇ ਨੇ ਨਾ ਬਾਇਜ਼ਤ ਬਾਇਜ਼ਤ ਦਾ ਮਤਲਬ ਵੀ ਦੋਸ਼ ਮੁਕਤ ਹੀ ਹੋ ਗਏ ਉਹ ਜੇ ਤਾਂ ਹੁਣ ਮੰਨ ਕੇ ਚਲੋ ਉਹ ਤੇ ਦੋਸ਼ ਲੱਗ ਜਾਂਦਾ ਫਿਰ ਉਹਨੂੰ ਸਜ਼ਾ ਵੀ ਹੋਣੀ ਸੀ ਹਨਾ ਵੀ ਉਹਨੂੰ ਸਜ਼ਾ ਤਾਂ ਹੁਣ ਕੀ ਹੋਣੀ ਸੀ ਵੀ ਜਦੋਂ ਉਹ ਦੋਸ਼ ਹੀ ਨਹੀਂ ਉੱਤੇ ਲੱਗਿਆ ਤੇ ਪਰ ਹਾਂ ਉਹ ਬਾਇਜ਼ਤ ਬਰੀ ਹੋ ਗਿਆ ਵੀ ਦੋਸ਼ ਵੀ ਨਹੀਂ ਹੋਣਾ ਉੱਤੇ ਕੋਈ ਐਂਡ ਕੰਪਲੀਟਲੀ ਅਬਜ਼ੋਲਵ ਹੁੰਦਾ ਖਤਮ ਕਰਨਾ offender from all punishment and disqualification ਬਸ ਸਿੱਧੀ ਗੱਲ ਹੁਣ ਰੱਖ ਲਓਗੇ ਯਾਦ ਨਾ ਵੀ ਉਹਦੀ ਪਨਿਸ਼ਮੈਂਟ ਵੀ ਖਤਮ ਹੋ ਗਈ ਸੈਂਟੈਂਸ ਵੀ ਖਤਮ ਹੋ ਗਈ ਤੇ ਹਨਾ ਤੇ ਕਨਵਿਕਸ਼ਨ ਵੀ ਖਤਮ ਹੋ ਗਈ ਪਤਾ ਲੱਗਿਆ ਪੰਜਾਬੀ ਚ ਯਾਦ ਰੱਖ ਲਓਗੇ ਹੈਲੋ ਹਾਂ ਹੈਲੋ ਬਿਲਕੁਲ ਮਾਫ ਹੋ ਗਈ ਯਾਰ ਸਾਰਾ ਕੁਝ ਸਜ਼ਾ ਵੀ ਤੇ ਦੋਸ਼ ਵੀ ਠੀਕ ਹੈ ਅੱਗੇ ਦੂਜਾ ਰਿਪਰੀਵ ਅੱਗੇ ਇੱਕ ਵਾਰੀ ਮੈਂ ਤੁਹਾਨੂੰ ਪੜ੍ਹਾ ਦਾਂ ਸਾਰੀਆਂ ਇੱਕ ਹੁੰਦੀ ਹੈ ਪਹਿਲੀ ਪਾਰਡਨ ਹੋ ਗਈ ਦੂਜੀ ਹੁੰਦੀ ਹੈ ਰਿਪਰੀਵ ਇਹਨਾਂ ਨੂੰ ਯਾਦ ਰੱਖਣਾ ਤੀਜੀ ਰਿਮਿਸ਼ਨ ਚੌਥੀ ਰਿਸਪਾਈਟ ਤੇ ਪੰਜਵੀਂ ਹੁੰਦੀ ਹੈ ਕਮਿਊਟੇਸ਼ਨ ਹੁਣ ਮੈਂ ਦੂਜੀ ਦੱਸਣ ਲੱਗਿਆ ਰਿਪਰੀਵ ਕੀ ਹੁੰਦੀ ਹੈ ਇਟ ਮੀਨਸ ਦਾ ਸਟੇ ਆਫ ਐਗਜ਼ੀਕਿਊਸ਼ਨ ਆਫ ਸੈਂਟੈਂਸ ਪੈਂਡਿੰਗ ਹੈ ਪ੍ਰੋਸੀਡਿੰਗ ਫਾਰ ਦਾ ਪਾਰਟਨਰ ਔਰ ਕਮਿਊਟੇਸ਼ਨ ਹੁਣ ਅਸਲ 'ਚ ਇਹ ਆ ਜਿਵੇਂ ਮੰਨ ਕੇ ਚਲੋ ਬਲਵੰਤ ਸਿੰਘ ਰਾਜੋਆਣੇ ਨੂੰ ਫਾਂਸੀ ਦੀ ਸਜ਼ਾ ਹੋਣੀ ਸੀ ਆਪਾਂ ਅੱਜ ਦੇ ਸਿਨੈਰੀਓ ਵਿੱਚ ਵੇਖ ਲੈਣੇ ਬਲਵੰਤ ਸਿੰਘ ਰਾਜੋਆਣੇ ਨੂੰ ਮੰਨ ਕੇ ਚੱਲੋ 22 ਤਰੀਕ ਨੂੰ ਫਾਂਸੀ ਦੀ ਸਜ਼ਾ ਹੋਣੀ ਆ ਅੱਜ 22 ਅੱਜ ਕੀ 21 ਹੈ ਅੱਜ ਹੋਣੀ ਆ ਮੰਨ ਕੇ ਚਲੋ ਠੀਕ ਹੈ ਹੁਣ ਹੋਇਆ ਕੀ ਵੀ ਉਹਨਾਂ ਨੇ ਆਪਣੀ ਪਟੀਸ਼ਨ ਲੱਗੀ ਹੋਈ ਹੈ ਰਾਸ਼ਟਰਪਤੀ ਕੋਲੇ ਹਨਾ ਹੈਲੋ ਵੀ ਰਾਸ਼ਟਰਪਤੀ ਕੋਲੇ ਆਪਾਂ ਮੰਨ ਕੇ ਚਲੋ ਇਹਨਾਂ ਚੋਂ ਆਪਾਂ ਕਵਾਂਗੇ ਵੀ ਸਾਨੂੰ ਪਾਰਡਨ ਦੀ ਆਪਾਂ ਜਿਹੜੀਆਂ ਪਟੀਸ਼ਨ ਪਾਉਣੀ ਆ ਨਾ ਰਾਸ਼ਟਰਪਤੀ ਨੂੰ ਵੀ ਉਹ ਆਪਾਂ ਇਹ ਪਾਵਾਂਗੇ ਇਹਨਾਂ ਪੰਜਾਂ ਚੋਂ ਨਾਂ ਲਿਖ ਕੇ ਪਾਵਾਂਗੇ ਵੀ ਰਿਪਰੀਵ ਦਾ ਰਿਮਿਸ਼ਨ ਦਾ ਰਿਸਪਾਈਟ ਦਾ ਜਾਂ ਕਮਿਊਟੇਸ਼ਨ ਦਾ ਵੀ ਸਾਨੂੰ ਕਮਿਊਟੇਸ਼ਨ ਚਾਹੀਦੀ ਜਾਂ ਸਾਨੂੰ ਆਹ ਚੀਜ਼ ਚਾਹੀਦੀ ਹੈ ਸਾਨੂੰ ਪਾਰਡਨ ਚਾਹੀਦੀ ਹੈ ਠੀਕ ਹੈ ਸੋ ਹੁਣ ਮੰਨ ਕੇ ਚੱਲੋ ਉਹ ਪਾਰਡਨ ਦੀ ਐਪਲੀਕੇਸ਼ਨ ਆਪਾਂ ਰਾਸ਼ਟਰਪਤੀ ਕੋਲੇ ਲਾਈ ਪਈ ਹੈ ਤੇ ਪਰ ਫਾਂਸੀ ਤਾਂ ਅੱਜ ਹੋਣ ਲੱਗੀ ਹੈ ਤੇ ਹਜੇ ਤੱਕ ਰਾਸ਼ਟਰਪਤੀ ਨੇ ਉਹ ਚੀਜ਼ ਨੂੰ ਵੇਖਿਆ ਹੀ ਨਹੀਂਗਾ ਰਾਸ਼ਟਰਪਤੀ ਕੋਲ ਕਿਹੜਾ ਇੱਕ ਐਪਲੀਕੇਸ਼ਨ ਆਉਂਦੀ ਹੈ ਕਿੰਨੀਆਂ ਹੀ ਆਉਂਦੀਆਂ ਵੀ ਹੁਣ DC ਨੇ ਆਪਣੇ ਸਾਈਨ ਕਰਨੇ ਹੁੰਦੇ ਆ ਲਾਇਸੈਂਸਾਂ ਤੇ ਵੀ SDM ਕਰਦਾ ਜਾਂ ਵੀ ਉਹ DTO ਕਰਦਾ ਤੇ ਉਹ ਕਿੰਨੇ ਦਿਨ ਲੱਗ ਜਾਂਦੇ ਹਨ ਤਹਿਸੀਲਦਾਰ ਕਈਆਂ ਚੀਜ਼ਾਂ ਤੇ ਸਾਈਨ ਕਰਦਾ ਵੀ ਹੁਣ ਉਹਦੇ ਕੋਲੇ ਕਿਹੜਾ ਇੱਕ ਬੰਦੇ ਦੇ ਸਾਈਨ ਕਰਨ ਆਉਣੇ ਕਿੰਨੇ ਬੰਦਿਆਂ ਦਾ ਤੁਹਾਨੂੰ ਟਾਈਮ ਤਾਂ ਲੱਗੂਗਾ ਉਵੇਂ ਹੁਣ ਆਪਣੀ ਰਿਕੁਐਸਟ ਪਾਈ ਵੀ ਰਾਸ਼ਟਰਪਤੀ ਕੋਲੇ ਵੀ ਸਾਨੂੰ ਪਾਰਡਨ ਕਰ ਦਿਓ ਪਰ ਉਹ ਤਾਂ ਅੱਜ ਆਪਾਂ ਨੂੰ ਫਾਂਸੀ ਹੋਣੀ ਹੈ ਹਨਾ ਸੋ ਉਹ ਕਹਿਣ ਦਾ ਮਤਲਬ ਕੀ ਹੈ ਵੀ ਉਹ ਉਸ ਚੀਜ਼ ਨੂੰ ਰੋਕਣ ਲਈ ਥੋੜੇ ਟਾਈਮ ਵਾਸਤੇ ਡਿਲੇ ਕਰਨ ਲਈ ਕੋਈ 2 ਮਹੀਨਿਆਂ ਵਾਸਤੇ 3 ਮਹੀਨਿਆਂ ਵਾਸਤੇ ਕਿਹੜੀ ਐਪਲੀਕੇਸ਼ਨ ਨਾਲ ਲੱਗ ਜਾਂਦੀ ਹੈ ਰਿਪਰੀਵ ਦੀ ਕੀ ਕਹਿੰਦੇ ਨੇ ਰਿਪਰੀਵ ਦਾ ਮਤਲਬ ਇਹ ਹੁੰਦਾ ਵੀ ਤੁਹਾਡੀ ਸਜ਼ਾ ਮਾਫ ਨਹੀਂ ਹੋਏਗੀ ਤੁਹਾਨੂੰ ਉਹ ਤਾਂ ਹੋਣੀ ਹੈ ਵੀ ਜੇ ਹੁਣ ਮੰਨ ਕੇ ਤੁਹਾਨੂੰ ਫਾਂਸੀ ਹੋਣੀ ਹੈ ਤੁਹਾਨੂੰ ਫਾਂਸੀ ਹੋਊਗੀ ਪਰ ਥੋੜਾ ਜਿਹਾ ਟਾਈਮ ਡਿਲੇ ਕਰ ਦੇਣਗੇ ਵੀ ਅੱਜ ਹੋਣੀ ਸੀ ਤੁਹਾਡੀ ਮਹੀਨੇ ਨੂੰ ਹੋਊਗੀ ਵੀ ਤੁਹਾਨੂੰ ਰਿਪਰੀਵ ਦਾ ਪਤਾ ਲੱਗ ਗਿਆ ਰਿਪਰੀਵ ਦਾ ਪਤਾ ਲੱਗ ਗਿਆ ਸਟੇ ਆਫ ਐਗਜ਼ੀਕਿਊਸ਼ਨ ਆਫ ਸੈਂਟੈਂਸ ਐਗਜ਼ੀਕਿਊਸ਼ਨ ਹੁੰਦਾ ਲਾਗੂ ਹੋਣਾ ਐਗਜ਼ੈਕਟਿਵ ਲਾਗੂ ਤੋਂ ਹੀ ਬਣਿਆ ਨਾ ਸ਼ਬਦ ਮੈਂ ਤੁਹਾਨੂੰ ਕਿਹਾ ਵੀ ਕਾਰਜਪਾਲਿਕਾ ਦਾ ਕੰਮ ਕੀ ਹੁੰਦਾ ਕਾਨੂੰਨ ਨੂੰ ਲਾਗੂ ਕਰਨਾ ਐਗਜ਼ੀਕਿਊਸ਼ਨ ਵੀ ਉਹੀ ਵਰਡ ਹੈ ਸੋ ਇਟ ਮੀਨਸ ਦਾ ਸਟੇ ਹੁੰਦਾ ਰੋਕਣਾ ਹਨਾ ਸਟੇ ਲਾਦਾ ਕਾਹਦੇ ਤੇ ਐਗਜ਼ੀਕਿਊਸ਼ਨ ਆਫ ਸੈਂਟੈਂਸ ਤੇ ਜਿਹੜੀ ਸੈਂਟੈਂਸ ਤੁਹਾਨੂੰ ਮਿਲੀ ਆ ਉਹਨੂੰ ਲਾਗੂ ਕਰਨ ਤੇ ਸਟੇ ਲੱਗ ਗਿਆ ਥੋੜੇ ਟਾਈਮ ਵਾਸਤੇ ਸਮਝ ਲੱਗ ਗਈ ਰਿਪਰੀਵ ਪਤਾ ਲੱਗ ਗਿਆ ਕੀ ਹੈ ਜੇ ਰਿਪਰੀਵ ਆ ਗਿਆ ਉਹਦਾ ਮਤਲਬ ਕੀ ਹੈ ਵੀ ਸਜ਼ਾ ਮਾਫ ਨਹੀਂ ਕੀ ਹੈ ਸਟੇ ਲੱਗ ਗਿਆ ਸਟੇ ਆਫ ਐਗਜ਼ੀਕਿਊਸ਼ਨ ਆਫ ਸੈਂਟੈਂਸ ਹੈ ਬਸ ਇਹ ਵਰਡ ਸਿੱਧੇ ਯਾਦ ਰੱਖ ਲਿਓ
ਐਗਜ਼ੀਕਿਊਸ਼ਨ ਆਫ ਸੈਂਟੈਂਸ ਦਾ ਮਤਲਬ ਹੈ ਸਜ਼ਾ ਲਾਗੂ ਕਰਨੀ ਹੈ ਤੇ ਉੱਤੇ ਸਟੇ ਲਾਤਾ। ਠੀਕ ਹੈ। ਰਿਮਿਸ਼ਨ ਕੀ ਹੈ? the power of remission reduces the amount of sentence without changing its character। एग्जांपल आ इत्थे भी इन्होंने भी ਦਿੱਤੀ ਹੈ, मैं ਤੁਹਾਨੂੰ ਸਿੱਧੀ एग्जांपल ਦਿੰਦਾ ਵੀ ਮੰਨ ਕੇ ਚੱਲੋ ਤੁਹਾਨੂੰ 14 ਸਾਲ ਦੀ ਉਮਰ ਕੈਦ ਹੋ ਜਾਂਦੀ ਹੈ ਕਿਸੇ ਵੀ ਬੰਦੇ ਨੂੰ, ਠੀਕ ਹੈ, ਤੇ ਉਹਦੇ 'ਚ ਇਹ ਆ ਵੀ ਉਹਦੀ ਉਮਰ ਕੈਦ ਦੀ ਜਿਹੜੀ 14 ਸਾਲਾਂ ਦੀ ਸਜ਼ਾ ਹੋਈ ਆ ਉਹ ਆਪਾਂ ਕਰਕੇ 7 ਸਾਲ ਕਰਤੀ ਰਾਸ਼ਟਰਪਤੀ 14 ਦੀ ਥਾਂ ਤੇ ਕਿੰਨੀ ਕਰਤੀ 7 ਸਾਲ। ਠੀਕ ਹੈ। ਹੁਣ ਉਹ 7 ਸਾਲ ਦੀ ਸਜ਼ਾ ਹੋ ਗਈ ਪਰ ਉਹ ਸਜ਼ਾ ਉਮਰ ਉਵੇਂ ਹੀ ਰਹੀ ਆ ਵੀ ਜਿਵੇਂ ਪਹਿਲਾਂ ਉਹ ਚ ਜੇਲ੍ਹ 'ਚ ਤੁਹਾਡੇ ਤੇ ਚੱਕੀ ਫਸਾਉਂਦੇ ਸੀ ਜਾਂ ਵੀ ਕੋਈ ਵੀ ਚੀਜ਼ ਕਰਦੇ ਸੀ, ਕੰਮ ਉਹੀ ਆ ਤੁਹਾਡੇ। ਇਹ ਨਹੀਂ ਵੀ ਤੁਹਾਨੂੰ ਵੀ ਕੋਈ ਉੱਥੇ ਕੰਮ ਜੇ ਤੁਹਾਡੇ 'ਚ ਚੇਂਜ ਆਊਗਾ ਵੀ ਜਿਹੜਾ 14 ਸਾਲਾਂ 'ਚ ਤੁਸੀਂ ਕੰਮ ਕਰਨੇ ਹੁਣ ਉਹ ਕੰਮ 7 ਸਾਲ ਕਰੋ। ਜਿਹੜਾ ਵੀ ਉੱਥੇ ਜੇਲ੍ਹ 'ਚ ਵੀ ਸਜ਼ਾ ਦੇ ਰਹੇ ਜੀ ਤੁਹਾਨੂੰ ਵੀ ਸਜ਼ਾ ਦਾ ਨੇਚਰ ਨਹੀਂ ਚੇਂਜ ਕੀਤਾ, ਸਜ਼ਾ ਉਵੇਂ ਹੀ ਦੇਣਗੇ ਤੁਹਾਨੂੰ ਤੇ ਪਰ ਟਾਈਮ ਘਟਾਤਾ ਉਹਦਾ। ਇਹ ਕੀ ਹੁੰਦੀ ਹੈ? ਰਿਮਿਸ਼ਨ। ਸਮਝ ਲੱਗ ਗਈ? ਹਾਂ। ਟਾਈਮ ਘਟਾਤਾ। ਰਿਡਿਊਸਸ ਦਾ ਅਮਾਉਂਟ ਆਫ ਸੈਂਟੈਂਸ ਵਿਦਆਊਟ ਚੇਂਜਿੰਗ ਇਟਸ ਕਰੈਕਟਰ। ਰਿਡਿਊਸ ਕਰਤਾ ਕੀ ਅਮਾਉਂਟ, ਟਾਈਮ ਘਟ ਕਰਤਾ, ਕਰੈਕਟਰ ਨਹੀਂ ਚੇਂਜ ਹੋਇਆ। ਸਮਝ ਲੱਗ ਗਈ ਨਾ? ਹੈਲੋ। ਇਹ ਫਿਰ ਕੰਮ ਵਧਾ ਦੇਣਗੇ ਜਿਹੜਾ ਕੰਮ ਜਦ ਪਹਿਲਾਂ ਜ਼ਿਆਦਾ ਨਹੀਂ ਵਧਾਉਂਦੇ ਯਾਰ, ਮੈਂ ਤਾਂ ਕੰਮ ਓਨਾ ਹੀ ਤੁਹਾਨੂੰ ਓਨੇ ਦਾ ਮਤਲਬ ਕੀ ਹੁੰਦਾ ਜਿੰਨਾ ਸੀਗਾ ਓਨਾ ਹੀ ਵੀ। ਇਹ ਤਾਂ ਇੱਕ ਹਿਸਾਬ ਦੀ ਮਾਫੀ ਹੋ ਗਈ ਨਾ ਵੀ ਜੇ ਤੁਸੀਂ 2 ਸਾਲ ਉਹਨਾਂ ਕੰਮ ਕਰਨਾ ਹੁਣ ਸਾਲ ਕਰਨਾ ਪਰ ਕੰਮ ਉਹੀ ਰਿਹਾ। ਠੀਕ ਹੈ। ਸਾਲ ਬਾਅਦ ਤੁਸੀਂ ਹਾਂ ਸਾਲ ਬਾਅਦ ਤੁਹਾਡੀ ਖਤਮ ਹੋ ਜੂਗੀ। ਪਹਿਲਾਂ 2 ਸਾਲਾਂ ਨੂੰ ਬਾਹਰ ਆਉਣਾ ਸੀ ਹੁਣ ਸਾਲ ਨੂੰ ਆ ਜਾਓਗੇ। ਜੇ 14 ਸਾਲਾਂ ਨੂੰ ਆਉਣਾ ਹੁਣ 7 ਸਾਲਾਂ ਨੂੰ ਆ ਜਾਓਗੇ ਵੀ ਉਹਨੇ ਉਹ ਆਪਦੇ ਹਿਸਾਬ ਨਾਲ ਰਾਸ਼ਟਰਪਤੀ ਘੱਟ ਕਰ ਸਕਦਾ। ਮੈਂ ਗੱਲ ਨਹੀਂ ਪੜ੍ਹੀ। ਠੀਕ ਹੈ। ਇਹ ਸੀ ਰਿਮਿਸ਼ਨ। ਰਿਪਰੀਵ ਦੇ ਵਿੱਚ ਕੀ ਸੀਗਾ? ਤੁਹਾਡੀ ਕੋਈ ਸਜ਼ਾ ਮਾਫ ਨਹੀਂ ਹੋਈ, ਕੋਈ ਕੰਮ ਨਹੀਂ ਘਟਾਇਆ ਤੁਹਾਡਾ, ਕੋਈ ਅਮਾਉਂਟ ਨਹੀਂ, ਟਾਈਮ ਨਹੀਂ ਘਟਾਇਆ। ਦੇਖੋ ਪਾਰਡਨ ਦੇ ਵਿੱਚ ਜਮਾਂ ਸਜ਼ਾ ਮਾਫ ਹੋ ਗਈ। ਰਿਪਰੀਵ ਦੇ ਵਿੱਚ ਸੀਗਾ ਤੁਹਾਡਾ ਵੀ ਸਟੇ ਲਾਦਾ ਥੋੜੇ ਟਾਈਮ ਵਾਸਤੇ, ਸਜ਼ਾ ਤੁਹਾਡੀ ਉਹੀ ਹੈ। ਜੇ ਫਾਂਸੀ ਤੁਹਾਨੂੰ ਹੋਣੀ ਹੈ ਪਰ ਮਹੀਨਾ ਬਾਅਦ ਚ ਹੋ ਜੂਗੀ। ਰਿਮਿਸ਼ਨ ਦੇ ਵਿੱਚ ਕੀ ਹੋਇਆ ਵੀ ਤੁਹਾਡੀ ਸਜ਼ਾ 14 ਸਾਲਾਂ ਦੀ ਸੀਗੀ, ਸਾਰੀ ਮਾਫ ਨਹੀਂ ਕੀਤੀ ਰਾਸ਼ਟਰਪਤੀ ਨੇ, ਅੱਧੀ ਕਰਤੀ ਤੁਹਾਡੀ, ਪਰ ਸਜ਼ਾ ਜਿਵੇਂ ਚੱਲ ਰਹੀ ਹੈ ਉਵੇਂ ਚੱਲੂਗੀ। ਸਮਝ ਲੱਗੀ? ਰਿਸਪਾਈਟ ਚ ਕੀ ਆ? ਰਿਸਪਾਈਟ ਦੇ ਵਿੱਚ ਇਹ ਆ ਵੀ ਸਜ਼ਾ ਤੁਹਾਡੀ ਉਨੀ ਰਹੂਗੀ। ਹੁਣ ਉਹਦੇ 'ਚ ਤਾਂ ਆਪਾਂ ਟਾਈਮ ਘਟਾਤਾ ਸੀ, ਇਹਦੇ 'ਚ ਕੀ ਹੈ? ਟਾਈਮ ਨਹੀਂ ਘਟਾ ਰਹੇ, ਟਾਈਮ ਉਨਾ ਹੀ ਆ ਪਰ ਸਜ਼ਾ ਦਾ ਨੇਚਰ ਚੇਂਜ ਕਰਤਾ। ਉਹਦੇ 'ਚ ਕਰੈਕਟਰ ਨਹੀਂ ਚੇਂਜ ਕੀਤਾ, ਇਹਦੇ 'ਚ ਕਰੈਕਟਰ ਚੇਂਜ ਕਰਤਾ। ਕਰੈਕਟਰ ਕਿਵੇਂ? ਜਿਵੇਂ ਮੰਨ ਕੇ ਚੱਲੋ ਬਈ ਉੱਥੇ ਤੁਹਾਡੇ ਤੋਂ ਜੇਲ੍ਹ 'ਚ ਚੱਕੀ ਫਸਾਈ ਜਾਂਦੀ ਸੀ, ਉਦਾਹਰਨ ਨਹੀਂ ਦੇ ਰਿਹਾ, ਠੀਕ ਹੈ, ਜਾਂ ਕੋਈ ਹੋਰ ਜ਼ੋਰ ਦਾ ਕੰਮ ਕਰਾਇਆ ਜਾਂਦਾ ਸੀਗਾ। ਤੇ ਜੇ ਹੁਣ ਮੰਨ ਕੇ ਚਲੋ ਉੱਥੇ ਪ੍ਰੈਗਨੈਂਟ ਵੀਮਨ ਆ ਕੋਈ, ਜਾਂ ਕੋਈ ਹੋਰ ਕਾਰਨ ਆ ਵੀ ਉਹਦੇ ਕੋਈ ਬੰਦੇ ਦੇ ਸੱਟ ਵੱਜੀ ਗਈ ਆ, ਉਹ ਕੰਮ ਨਹੀਂ ਕਰ ਸਕਦਾ, ਫਿਰ ਰਾਸ਼ਟਰਪਤੀ ਕਹਿ ਦਿਓ ਯਾਰ ਵੀ ਇਹਨੂੰ ਨਾ ਤੁਸੀਂ ਆਹ ਨਾ ਕੰਮ ਲਾਇਆ ਕਰੋ, ਇਹਨੂੰ ਸੌਖਾ ਕੰਮ ਦੇ ਦਿਓ ਕੋਈ। ਸਜ਼ਾ ਇਹਦੀ ਨਾ ਵੀ ਸਜ਼ਾ ਦਾ ਨੇਚਰ ਚੇਂਜ ਕਰ ਦਿਓ, ਹਨਾ। ਚੰਗੇ ਕਮਰੇ 'ਚ ਕਰ ਦਿਓ, ਪਹਿਲਾਂ ਮਾੜੇ ਜਿਹੇ ਕਮਰੇ 'ਚ ਬੈਠਾ ਹੁੰਦਾ ਸੀ, ਹੁਣ ਇਹਨੂੰ ਚੰਗੇ ਕਮਰੇ 'ਚ ਲੈ ਜਾਓ। ਉਹ ਵੀ ਇੱਕ ਸਜ਼ਾ ਹੀ ਹੁੰਦੀ ਆ। ਜੇ ਮੰਨ ਕੇ ਤੈਨੂੰ ਮੱਛਰ ਹੀ ਖਾਈ ਜਾਂਦਾ ਉੱਥੇ, ਗੱਲ ਸਮਝ ਲੱਗ ਗਈ? ਕਰੈਕਟਰ ਚੇਂਜ ਹੋ ਜਾਂਦਾ, ਸਜ਼ਾ ਉਨੀ ਰਹਿਣੀ ਹੈ। Respite. The power to grant respite means awarding a lesser sentence instead of prescribed penalty in the view of special facts, ਜਿਵੇਂ pregnancy of women ਹੈ ਨਾ, ਵੀ ਜੇ pregnancy of women ਮੈਂ ਤੁਹਾਨੂੰ ਕਿਹਾ ਨਾ ਵੀ ਉਹ ਹੁਣ ਵਿਚਾਰੀ ਚੱਕੀ ਨਹੀਂ ਪੀ ਸਕਦੀ ਗੀ। ਆ ਗਈ ਦਿਮਾਗ 'ਚ ਨਾ? ਲਾਸਟ ਆ ਗਈ ਕਮਿਊਟੇਸ਼ਨ। ਮੈਨੂੰ ਲੱਗਦਾ ਯਾਰ ਹੁਣ ਇੱਕ ਵਾਰੀ ਬੰਦ ਹੋਊਗਾ ਤੇ ਉਹ ਦੁਬਾਰਾ ਕਰਨਾ ਪਊਗਾ। ਬਸ ਇਹਦੇ 'ਚ ਵੀ ਇਹੀ ਹੈ